Like the video, subscribe to the channel and press the bell icon for latest video updates. ਮੈਨੂੰ ਲੱਗਦਾ ਹੈ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸਾਡਾ ਸੰਵਿਧਾਨ ਹੈ, ਇਹਨਾਂ ਲੋਕਾਂ ਨੂੰ ਸ਼ਾਇਦ ਇਹ ਅੜ ਗਏ ਨੇ, ਇਹਨਾਂ ਨੂੰ ਸਮਝ ਨਹੀਂ ਆ ਰਹੀ। ਪਰ ਮੈਂ ਉਹਨਾਂ ਸਭ ਨੂੰ ਇਹ ਕਹਿਣਾ ਚਾਹਾਂਗੀ ਕਿ ਸ਼ਾਇਦ ਸਭ ਸਾਡੇ ਵੱਡੀਆਂ ਡਿਗਰੀਆਂ ਵਾਲਿਆਂ ਤੋਂ ਵੀ ਵੱਧ ਕੇ ਸਾਡੇ ਦੇਸ਼ ਦੇ ਸੰਵਿਧਾਨ ਨੂੰ ਇਹ ਲੋਕ ਸਮਝਿਆ, ਇਹਨਾਂ ਨੇ ਸਮਝਿਆ ਹੈ। ਤੇ ਸਾਨੂੰ ਇਸ ਚੀਜ਼ ਦੀ ਇੱਜ਼ਤ ਕਰਨੀ ਚਾਹੀਦੀ ਹੈ, ਨਾ ਕਿ ਸਾਨੂੰ ਇਹ ਕਹਿਣਾ ਚਾਹੀਦਾ ਠੀਕ ਹੈ ਉਹ ਸਕੂਲ ਨਹੀਂ ਗਏ, ਕਈ ਸਕੂਲਾਂ 'ਚ ਨਹੀਂ ਗਏ, ਕਾਲਜਾਂ 'ਚ ਨਹੀਂ ਗਏ, ਪਰ ਜਿਹੜੀ ਐਜੂਕੇਸ਼ਨ ਜਿਹਨੂੰ ਅਸੀਂ ਸਿੱਖਿਆ ਕਹਿੰਦੇ ਆ ਤੇ ਜਿਹੜੀ ਕੁਆਲੀਫਿਕੇਸ਼ਨ ਹੁੰਦੀ ਹੈ, ਕੁਆਲੀਫਿਕੇਸ਼ਨ ਹੁੰਦੀ ਮੇਰੀ ਇਹ ਡਿਗਰੀ ਹੈ, ਮੈਂ ਇਸ ਨੌਕਰੀ ਵਾਸਤੇ ਇਸ ਤਰੀਕੇ ਦੇ ਨਾਲ ਕਾਬਿਲ ਹਾਂ। ਪਰ ਕੁਆਲੀਫਿਕੇਸ਼ਨ ਤੇ ਐਜੂਕੇਸ਼ਨ 'ਚ ਬਹੁਤ ਫਰਕ ਹੁੰਦਾ ਹੈ। ਉਹ ਐਜੂਕੇਸ਼ਨ ਉਹਨਾਂ ਨੇ ਇਸ ਮਿੱਟੀ ਤੋਂ ਲਿੱਤੀ ਹੈ, ਉਹ ਐਜੂਕੇਸ਼ਨ ਉਹਨਾਂ ਨੇ ਆਪਣੇ ਵਡੇਰਿਆਂ ਤੋਂ ਲਿੱਤੀ ਹੈ, ਜਿਨ੍ਹਾਂ ਨੇ ਉਹ ਜੰਗਾਂ ਲੜੀਆਂ, ਜਿਨ੍ਹਾਂ ਇਸ ਦੇਸ਼ ਨੂੰ ਆਜ਼ਾਦੀ ਦਿਵਾਈ। किसान संघर्ष बड़े पीक पे है। अनफॉर्चुनेटली मोदी साहब पता नहीं क्यों नहीं किसानों की गल सुनते है। इन्नी ज्यादा सर्दी हैगी आ, धुंध आ, कोहरा हैगा, ये जिहड़े किसान है साडे पूरे इंडिया लई, पूरे इंडिया विच इहो साडा जिहड़ा इन्हां दा अनाज पहुंचदा हैगा। ते ਹੁਣ ਅਸੀਂ ਸਾਡੀ ਕੱਟੋ ਮੁਲਾਕਾਤ ਇੱਕ ਅਜਿਹੀ ਆਰਟਿਸਟ ਨਾਲ ਕਰਾਵਾਂਗੇ ਜਿਹਦੇ ਲਈ ਵਾਕਿਆ ਬਹੁਤ ਜ਼ਿਆਦਾ ਕਿਸਾਨਾਂ ਲਈ ਦਰਦ ਹੈਗਾ। 4-5 ਦਿਨ ਹੋਰ ਉੱਤੇ ਬਾਰਡਰ ਲਾ ਕੇ ਆਈ ਹੈਗੀ, ਇਹਨਾਂ ਦਾ ਨਾਂ ਹੈਗਾ ਮਨਦੀਪ ਸਹੀ। ਬਹੁਤ ਉਹ ਆਰਟਿਸਟ ਹੈਗੀ ਆ, ਥੀਏਟਰ ਆਰਟਿਸਟ ਆ, ਫਿਲਮਾਂ ਦੀ ਆਰਟਿਸਟ ਹੈਗੀ ਆ। 500 ਤੋਂ ਜ਼ਿਆਦਾ ਜਿਹੜਾ ਹੈਗਾ ਥੀਏਟਰ ਜਾਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਕਿ ਕਾਨ ਫਿਲਮ ਫੈਸਟੀਵਲ ਵਿੱਚ ਵੀ ਇਹਦੇ ਕੰਮ ਦੀ ਐਪਰੀਸੀਏਸ਼ਨ ਹੋਈ ਹੈਗੀ, ਨੈਸ਼ਨਲ ਇੰਟਰਨੈਸ਼ਨਲ ਅਵਾਰਡ ਮਿਲ ਚੁੱਕੇ। ਮਨਦੀਪ ਕੋਈ ਬਹੁਤ ਬਹੁਤ ਸਾਡੇ ਪ੍ਰੋਗਰਾਮ ਵਿੱਚ ਸਵਾਗਤ ਹੈਗਾ। ਪੰਜਾਬ ਗ੍ਰੈਂਡ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਸਰ। ਹਾਂ, ਥੈਂਕ ਯੂ। ਇਹ ਮੈਂ ਤੁਹਾਡੇ ਫੇਸਬੁੱਕ ਤੇ ਦੇਖ ਰਿਹਾ ਸੀ, ਤੁਸੀਂ ਬਹੁਤ ਐਕਟਿਵਲੀ ਉਹ ਜਿਹੜੇ ਡਿਫਰੈਂਟ ਐਸਪੈਕਟਸ ਉਹ ਜਿਹੜੇ ਸਿੰਘੂ ਬਾਰਡਰ ਦੇ ਕਵਰ ਕੀਤੇ ਹੈਗੇ ਆ। ਜੀ ਸਰ। ਜਿਹਦੇ ਵਿੱਚ ਉਹਨਾਂ ਨੇ ਕਿਸਾਨਾਂ ਨਾਲ, ਲੇਡੀਜ਼ ਨਾਲ, ਹੋਰ ਸਾਰਾ ਇੰਟੀਮੇਟਲੀ ਤੁਸੀਂ ਗੱਲਾਂ ਵਿੱਚ ਕੀਤੀਆਂ ਹੈਗੀਆਂ। ਕੀ ਉੱਥੇ ਨਜ਼ਰੀਆ ਹੈਗਾ, ਲੇਟੈਸਟ ਹਾਲਾਤ ਕੀ ਹੈਗੇ ਆ? ਸਰ ਉੱਥੇ ਤਾਂ ਜੇ ਮੈਂ ਪੰਜਾਬੀ 'ਚ ਕਵਾਂ ਤੇ ਉੱਥੇ ਚੜ੍ਹਦੀ ਕਲਾ ਆ। ਅੱਛਾ। ਹਾਂਜੀ, ਕਿਉਂਕਿ ਜਿਹੜਾ ਹੌਂਸਲਾ, ਜਿਹੜੀ ਹਿੰਮਤ, ਜਿਹਦੀਆਂ ਕਹਾਣੀਆਂ ਅਸੀਂ ਸੁਣਦੇ ਹੁੰਦੇ ਸਾਂ ਆਪਣੇ ਵੱਡਿਆਂ ਤੋਂ, ਜਿਹੜਾ ਸ਼ਾਇਦ ਸਾਡੀ ਪੀੜ੍ਹੀ ਨੂੰ ਵੇਖਣ ਨੂੰ ਨਹੀਂ ਮਿਲਿਆ। ਅਸੀਂ ਤਰਸਦੇ ਸਾਂ ਕਿ ਇਹ ਜਿਹੜੀਆਂ ਸਾਖੀਆਂ ਅਸੀਂ ਸੁਣਦੇ ਹਾਂ, ਇਹ ਬਹਾਦਰੀ ਦੀਆਂ ਜਿਹੜੀਆਂ ਕਹਾਣੀਆਂ ਅਸੀਂ ਸੁਣਦੇ ਹਾਂ, ਇਹ ਲੋਕਾਂ ਦੇ ਹੌਂਸਲੇ ਦੀਆਂ, ਹਿੰਮਤ ਦੀਆਂ ਗੱਲਾਂ ਅਸੀਂ ਸੁਣਦੇ ਹਾਂ, ਇਹ ਸਿਰੜ ਇਹ ਸਾਨੂੰ ਕਿਉਂ ਨਹੀਂ ਵੇਖਣ ਨੂੰ ਮਿਲਦਾ। ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ ਕਿ ਮੈਂ ਉੱਥੇ ਜਾ ਸਕੀ। ਤੇ ਇਹ ਮੇਰੇ ਮਨ 'ਚ ਬਹੁਤ ਖੁਆਇਸ਼ ਸੀਗੀ ਕਿ ਮੈਂ ਇੱਕ ਵਾਰੀ ਤੇ ਉੱਥੇ ਜਾ ਕੇ ਵੇਖਾਂ ਕਿ ਲੋਕੀ ਕਹਿ ਰਹੇ ਕਿ ਅਸਲ ਵਿੱਚ ਪੰਜਾਬ ਤੇ ਹੁਣ ਉੱਥੇ ਦਿਸਦਾ ਪਿਆ ਆ, ਪੰਜਾਬੀਅਤ ਦੀ ਅਸਲ ਜਿਹੜੀ ਰੂਹ ਹੈ ਉਹ ਉੱਥੇ ਨਜ਼ਰ ਆ ਰਹੀ ਹੈ। ਤੇ ਇਸ ਲਈ ਮੈਂ ਉੱਥੇ ਗਈ, ਮੈਂ ਵੇਖਣਾ ਚਾਹੁੰਦੀ ਸੀਗੀ ਕਿ ਜਿਹੜੀਆਂ ਮੈਂ ਗੱਲਾਂ ਸੁਣੀਆਂ ਨੇ ਉਹ ਸੱਚਾਈ ਦੇ ਤਕਾਜ਼ੇ ਦੇ ਉੱਤੇ ਉਹ ਕਿੱਥੇ ਖੜਦੀਆਂ ਨੇ। ਤੇ ਉੱਥੇ ਜਾ ਕੇ ਜੋ ਮੈਂ ਦੇਖਿਆ ਆ, ਮੈਨੂੰ ਇਸ ਗੱਲ ਦਾ ਮਾਣ ਆ ਕਿ ਮੈਂ ਇਸ ਮਿੱਟੀ ਦੀ ਧੀ ਆ। ਇਸ ਗੱਲ ਦਾ ਬਹੁਤ ਫਖਰ ਹੁੰਦਾ ਆ ਜੋ ਸਾਡੇ ਵੱਡਿਆਂ ਨੇ ਸਾਨੂੰ ਜੋ ਸੱਚ ਤੇ ਹੱਕ ਦੀਆਂ ਜੋ ਗੱਲਾਂ ਸੁਣਾਈਆਂ ਸੀ, ਅੱਜ ਉਹਨਾਂ ਹੀ ਸੱਚ ਤੇ ਹੱਕ ਦੀਆਂ ਗੱਲਾਂ ਦੇ ਉੱਤੇ ਸਾਡੀ ਅੱਜ ਦੀ ਪੀੜ੍ਹੀ ਵੀ ਨਿੱਤਰ ਰਹੀ ਹੈ। ਚਲੋ ਵਧੀਆ, ਬਹੁਤ ਅੱਛਾ। ਜਿਵੇਂ ਦਰਸ਼ਕੋ ਤੁਹਾਨੂੰ ਮੈਂ ਦੱਸਿਆ, ਮਨਦੀਪ ਬਹੁਤ ਅੱਛੀ ਥੀਏਟਰ ਤੇ ਫਿਲਮਾਂ ਦੀ ਆਰਟਿਸਟ ਹੈਗੀ ਆ। ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਤੁਸੀਂ ਦੱਸ ਦਿਓ ਕੀ ਪੜ੍ਹਾਈ ਲਿਖਾਈ ਕੀਤੀ ਹੈਗੀ ਆ। ਅਸੀਂ ਸਿੰਘੂ ਬਾਰਡਰ ਤੇ ਫਿਰ ਆਉਂਦੇ ਹੈਗੇ। ਇਹ ਥੀਏਟਰ ਦਾ ਕਿਵੇਂ ਸ਼ੌਕ ਹੋਇਆ, ਫਿਲਮਾਂ ਦਾ ਕਿਵੇਂ ਸ਼ੌਕ ਹੋਇਆ, ਤੁਸੀਂ ਕਾਨਜ਼ ਫਿਲਮ ਫੈਸਟੀਵਲ 'ਚ ਕਿਵੇਂ ਪਹੁੰਚੇ ਹੈਗੇ, ਉਹ ਵੀ 2-4 ਮਿੰਟ ਵਿੱਚ ਆਪਣੇ ਇਸ ਸ਼ੌਕ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਜੀ ਸਰ। ਸਰ ਮੈਂ ਪੜ੍ਹਾਈ ਪਹਿਲਾਂ ਤਾਂ ਖਾਲਸਾ ਕਾਲਜ ਤੋਂ ਕੀਤੀ ਸੀ, ਪਰ ਫਿਰ ਮੈਂ ਹਾਇਰ ਸਟੱਡੀਜ਼ ਵਾਸਤੇ ਮੈਂ ਪੂਨਾ ਚਲੀ ਗਈ ਸੀ। ਸਿੰਬੋਇਸਿਸ ਇੰਸਟੀਚਿਊਟ, ਹਾਂਜੀ ਇੰਸਟੀਟਿਊਟ ਐਂਡ ਹਿਊਮਨ ਰਿਸੋਰਸ ਡਿਵੈਲਪਮੈਂਟ ਤੋਂ ਮੈਂ ਆਪਣੀ MBA ਕੀਤੀ ਹੈ। ਔਰ ਮੈਂ ਵੀ ਕਾਰਪੋਰੇਟ ਵਰਲਡ ਦਾ, ਕਾਰਪੋਰੇਟ ਦੀ ਦੁਨੀਆ ਦਾ ਹਿੱਸਾ ਰਹੀ ਹਾਂ। ਮੈਂ ਕੁਛ ਮਤਲਬ 1-1.5 ਸਾਲ ਜੌਬ ਕੀਤੀ, ਪਰ ਹਾਂ ਮੈਨੂੰ ਮੌਕਾ ਮਿਲਿਆ ਉਸ ਸਮੇਂ, ਕਿਉਂਕਿ ਮੈਂ ਇੱਕ ਅੱਛੇ ਬਿਜ਼ਨਸ ਸਕੂਲ ਤੋਂ ਪੜ੍ਹੀ ਸਾਂ ਤੇ ਮੈਨੂੰ ਬੜੇ ਹਾਇਰ ਲੈਵਲ ਤੇ ਕੰਮ ਕਰਨ ਦਾ ਮੌਕਾ ਮਿਲਿਆ, ਬੜੇ ਵੱਡੇ ਪ੍ਰੋਜੈਕਟਸ ਦਾ।
ਫਿਰ ਕੁਝ ਪਰਸਨਲ ਵਜ੍ਹਾ ਕਰਕੇ ਮੈਨੂੰ ਵਾਪਸ ਅੰਮ੍ਰਿਤਸਰ ਆਉਣਾ ਪਿਆ ਤੇ ਜਦੋਂ ਮੈਂ ਵਾਪਸ ਆਈ ਉਸ ਤੋਂ ਪਹਿਲਾਂ ਮੈਂ ਆਪਣੇ ਕਾਲਜ ਟਾਈਮ ਦੇ ਉੱਤੇ ਨਾਟਕ ਕਰਦੀ ਹੁੰਦੀ ਸਾਂ, ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਕਰਦੀ ਹੁੰਦੀ ਸੀ ਤੇ ਜਦੋਂ ਮੈਂ ਹਾਂਜੀ ਵਾਪਸ ਆਈ ਤਾਂ ਫਿਰ ਤੋਂ ਰੰਗਮੰਚ ਦੇ ਨਾਲ ਇੱਕ ਸ਼ੁਰੂਆਤ ਦੁਬਾਰਾ ਹੋਈ ਹਾਂਜੀ ਤੇ ਰੰਗਮੰਚ ਕਰਦਿਆਂ ਕਰਦਿਆਂ ਮੈਨੂੰ ਟੈਲੀਵਿਜ਼ਨ ਤੇ ਦੂਰਦਰਸ਼ਨ ਤੇ ਮੈਂ ਸਰ ਤੁਹਾਡੇ ਨਾਲ ਵੀ ਕੰਮ ਹਾਂਜੀ ਕੀਤਾ ਆ। ਹਾਂਜੀ ਦੂਰਦਰਸ਼ਨ ਤੇ ਬਹੁਤ ਸਾਰੇ ਸ਼ੋਜ਼ ਕੀਤੇ ਮੈਂ ਜੀ ਮੈਂ ਜ਼ੀ ਪੰਜਾਬੀ ਈਟੀਸੀ ਪੰਜਾਬੀ ਤੇ ਐਜ਼ ਐਨ ਐਂਕਰ ਕੀਤਾ। ਫਿਰ ਕਰਦੇ ਕਰਦੇ ਕੁਝ ਫਿਲਮਾਂ ਕੀਤੀਆਂ ਜਿਨ੍ਹਾਂ ਜੀ ਵਿੱਚੋਂ ਚੌਥੀ ਕੂਟ ਸੀਗੀ ਇੱਕ ਫਿਲਮ ਜਿਹਦਾ ਪ੍ਰੀਮੀਅਰ ਜਿਹੜੀ ਕਾਨਸ ਵਿੱਚ ਆਫੀਸ਼ੀਅਲ ਸਿਲੈਕਸ਼ਨ ਸੀ। ਇੱਕ ਹਿੰਦੀ ਫਿਲਮ ਮੇਰੀ ਪੈਰਾਦੀਸੋ ਉਹਦਾ ਵੀ ਪ੍ਰੀਮੀਅਰ ਜਿਹੜਾ ਆ ਉਹ ਕਾਨਸ ਦੇ ਵਿੱਚ ਹੋਇਆ ਜਿਹੜੀ ਹੁਣੇ ਰੀਸੈਂਟਲੀ ਇਸੇ ਸਾਲ ਰਿਲੀਜ਼ ਹੋਈ ਹੈ ਇੱਕ OTT ਪਲੇਟਫਾਰਮ ਤੇ ਉਸ ਤੋਂ ਬਾਅਦ ਮੈਂ ਆਪਣਾ ਗਰੁੱਪ ਵੀ ਬਣਾਇਆ। ਮੇਰਾ ਆਪਣਾ ਗਰੁੱਪ ਹੈ ਅਲਫਾਜ਼ ਥੀਏਟਰ। ਉਹਦੇ ਤਹਿਤ ਅਸੀਂ ਬਹੁਤ ਸਾਰੇ ਸੰਸਥਾਵਾਂ ਦੇ ਨਾਲ ਮਿਲ ਕੇ ਨਸ਼ਿਆਂ ਦੇ ਖਿਲਾਫ ਨਾਟਕ ਕੀਤੇ ਤੇ ਇਹ ਮੇਰਾ ਰੰਗਮੰਚ ਦੇ ਵੱਲੋਂ ਰੰਗਮੰਚ ਦੇ ਵਿੱਚ ਆਉਣ ਕਰਕੇ ਮੇਰਾ ਪਿੰਡਾਂ ਦਾ ਤਜਰਬਾ ਜਿਹੜਾ ਸੀ ਰਿਹਾ। ਉਦਾਂ ਮੈਂ ਪਿੰਡ ਵਿੱਚ ਕਦੀ ਨਹੀਂ ਰਹੀ। ਮੈਂ ਸ਼ਹਿਰ ਵਿੱਚ ਰਹੀ ਹਾਂ ਤਾਂ ਮੈਨੂੰ ਪਿੰਡਾਂ ਦੇ ਵਿੱਚ ਜਾਣ ਦਾ ਮੌਕਾ ਦੂਰਦਰਸ਼ਨ ਦੇ ਨਾਲ ਕੰਮ ਕਰਕੇ ਮਿਲਿਆ। ਮੈਨੂੰ ਆਪਣੇ ਰੰਗਮੰਚ ਦੇ ਵਿੱਚ ਕਈ ਸੰਸਥਾਵਾਂ ਦੇ ਨਾਲ ਨਾਟਕ ਕਰਨ ਕਰਕੇ ਪਿੰਡਾਂ ਦਾ ਜਿਹੜਾ ਤਜਰਬਾ ਹੋਇਆ ਤੇ ਉੱਥੇ ਜਿਹੜਾ ਪਿਆਰ ਸਾਨੂੰ ਮਿਲਦਾ ਸੀਗਾ, ਜਿਹੜੀ ਆਪਣੱਤ ਸਾਨੂੰ ਮਿਲਦੀ ਸੀਗੀ, ਉਹਨੇ ਮੈਨੂੰ ਬਹੁਤ ਜੋੜਿਆ। ਤੁਸੀਂ ਜਦੋਂ ਆਪਣੇ ਘਰੋਂ ਬਾਹਰ ਜਾਂਦੇ ਹੋ ਜਾਂ ਤੁਸੀਂ ਕਾਰਪੋਰੇਟ ਵਰਲਡ ਵਿੱਚ ਜਾਂਦੇ ਹੋ ਤਾਂ ਕਿਤੇ ਨਾ ਕਿਤੇ ਤੁਸੀਂ ਇੰਡੀਵਿਜੂਅਲਿਸਟਿਕ ਵਿਅਕਤੀਗਤ ਤੌਰ ਤੇ ਸੋਚਣ ਲੱਗ ਪੈਂਦੇ ਹੋ ਤੇ ਇੱਕ ਸਮਾਂ ਇਹੋ ਜਿਹਾ ਸੀਗਾ ਮੈਂ ਵੀ ਵਿਅਕਤੀਗਤ ਤੌਰ ਤੇ ਸੋਚਦੀ ਸੀ ਪਰ ਉਹ ਚੀਜ਼ ਮੈਨੂੰ ਟੁੰਬਦੀ ਸੀ ਹਮੇਸ਼ਾ। ਮੈਨੂੰ ਲੱਗਦਾ ਸੀਗਾ ਕਿ ਕੀ ਇਹੀ ਜ਼ਿੰਦਗੀ ਹੈ। ਤੇ ਜਦੋਂ ਮੈਂ ਵਾਪਿਸ ਆਈ, ਜਦੋਂ ਮੈਂ ਪਿੰਡਾਂ ਵਿੱਚ ਜਾਣਾ ਸ਼ੁਰੂ ਕੀਤਾ, ਕੰਮ ਸ਼ੁਰੂ ਕੀਤਾ ਤਾਂ ਮੈਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਕਦੇ ਵੀ ਵਿਅਕਤੀਗਤ ਤੌਰ ਤੇ ਤੁਹਾਨੂੰ ਉਹ ਪਿਆਰ, ਉਹ ਖੁਸ਼ੀ ਨਹੀਂ ਦੇ ਸਕਦੀ ਜੋ ਇੱਕ ਸਮਾਜਿਕ ਰਿਸ਼ਤਿਆਂ ਦੇ ਤਾਣੇ ਬਾਣੇ ਦੇ ਵਿੱਚ ਜਿਹੜੀ ਹਾਂਜੀ ਸਾਂਝੀਵਾਲਤਾ ਦੇ ਵਿੱਚ ਜਿਹੜੀ ਖੁਸ਼ੀ ਹੈ ਨਾ ਉਹ ਤੁਹਾਨੂੰ ਵਿਅਕਤੀਗਤ ਜ਼ਿੰਦਗੀ ਦੇ ਵਿੱਚ ਨਹੀਂ ਮਿਲ ਸਕਦੀ। ਤੇ ਹਾਂਜੀ ਤਾਂ ਇਹੀ ਕਾਰਨ ਸੀਗਾ ਕਿ ਚਾਹੇ ਮੈਂ ਹਿੰਦੀ ਫਿਲਮਸ ਦੇ ਵਿੱਚ ਵੀ ਕੀਤਾ ਹੈ, ਚਾਹੇ ਮੈਂ ਫਰਾਂਸ ਕਾਨਸ ਉੱਥੇ ਵੀ ਹੋ ਆਈ ਹਾਂ, ਪਰ ਜੋ ਇਸ ਮਿੱਟੀ ਦਾ ਪਿਆਰ ਹੈ ਨਾ ਉਹ ਤੁਹਾਨੂੰ ਬਾਰ-ਬਾਰ ਵਾਪਸ ਖਿੱਚਦਾ ਹੈ। ਤੇ ਸ਼ਾਇਦ ਇਹੀ ਕਾਰਨ ਹੈ ਕਿ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਪੰਜਾਬੀ ਜਾਂ ਭਾਰਤੀ ਜਿਹੜੇ ਨੇ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਨੇ ਉਹ ਅੱਜ ਇੱਥੇ ਸਪੋਰਟ ਕਰ ਰਹੇ ਨੇ ਸਭ ਦੀ। ਹਾਂ ਚਲੋ ਇਹ ਬਹੁਤ ਅੱਛੀ ਗੱਲ ਤੁਸੀਂ ਕਹੀ ਹੈਗੀ। ਜਿੰਨਾ ਸਾਡਾ ਜਿਹੜਾ ਪੇਂਡੂ ਸੱਭਿਆਚਾਰ ਤੁਸੀਂ ਅੱਗੇ ਤਾਂ ਕੋਈ ਥੀਏਟਰ ਵਿੱਚ ਕੋਈ ਕਹਾਣੀ ਅਡਾਪਟ ਕਰਦੇ ਸੀ, ਆਪ ਬਣਾਉਂਦੇ ਸੀ। ਹੁਣ ਸਾਨੂੰ ਉੱਥੇ ਜਿਹੜਾ ਸਿੰਘੂ ਬਾਰਡਰ ਤੇ ਇੱਕ ਨਹੀਂ ਪਤਾ ਨਹੀਂ ਤੁਸੀਂ ਹਜ਼ਾਰਾਂ ਹੀ ਕਹਾਣੀਆਂ ਉੱਥੇ ਦੇਖ ਸਕਦੇ। ਕਿਵੇਂ ਕੋਈ ਬਾਹਰਲੀਆਂ ਲੜਕੀਆਂ ਆਉਂਦੀਆਂ, ਕੋਈ ਮਾਤਾ ਦੂਰ ਆਉਂਦਾ, ਕੋਈ ਗਰੀਬ ਆਉਂਦਾ, ਕੋਈ ਅਮੀਰ ਆਉਂਦਾ ਹੈਗਾ ਬਹੁਤ ਵੱਡਾ। ਤੁਸੀਂ ਉੱਥੋਂ ਦੇ ਖਾਸ ਤੌਰ ਤੇ ਜਿਹੜਾ ਜਿਵੇਂ ਪਹਿਲਾਂ ਕਿਹਾ ਵੀ ਚੜ੍ਹਦੀ ਕਲਾ ਹਾਲਾਂ ਠੰਡ ਵੀ ਬੜੀ ਆ। ਸਾਡੇ ਜਿਹੜੇ ਆਮ ਲੋਕਾਂ ਨੂੰ ਤਾਂ ਇੱਥੇ ਘਰਾਂ 'ਚ ਬੈਠੇ ਰਜਾਈਆਂ 'ਚ ਠੰਡ ਲੱਗੀ ਜਾਂਦੀ ਹੈਗੀ। ਬਿਲਕੁਲ ਬਿਲਕੁਲ ਵਿਚਾਰੇ ਖੁੱਲੇ ਜਿਹੜੇ ਆਸਮਾਨ ਦੇ ਥੱਲੇ ਇੰਨੀ ਸਰਦੀ ਵਿੱਚ ਪਏ ਹੈਗੇ ਆ। ਤੇ ਉੱਥੋਂ ਦੀਆਂ ਕੁਝ ਜਿਹੜੀਆਂ ਹੈਗੀਆਂ ਕਿਹੜੀ ਕਿਹੜੀ ਚੀਜ਼ ਹਾਈਲਾਈਟ ਕਰਨੀ ਚਾਹੋਗੇ ਤੁਸੀਂ? ਪਹਿਲਾਂ ਤਾਂ ਇਕੱਠ ਕਿੰਨਾ ਕੁ ਹੈਗਾ, ਲੜਕੀਆਂ ਦੀ ਪਾਰਟੀਸਪੇਸ਼ਨ ਕਿੰਨੀ, ਇਹ ਵਾਲਾ ਪੁਆਇੰਟ ਕਰ ਲਈ ਡਿਸਕਸ। ਇਕੱਠ ਸਰ ਤੁਸੀਂ ਗਿਣ ਨਹੀਂ ਸਕਦੇ। ਇੰਨਾ ਹੀ ਇਕੱਠ ਆ। ਮੈਨੂੰ ਏਦਾਂ ਲੱਗਦਾ ਵੀ ਜੇ ਮੈਂ ਅੰਮ੍ਰਿਤਸਰ ਦੀ ਗੱਲ ਕਰਾਂ ਤੇ ਇੱਕ ਅੰਮ੍ਰਿਤਸਰ ਸ਼ਹਿਰ ਉੱਥੇ ਵੱਸ ਗਿਆ ਹੋਇਆ ਕਿਉਂਕਿ ਮੈਂ ਅੰਮ੍ਰਿਤਸਰ ਰਹਿੰਦੀ ਹਾਂ ਤਾਂ ਮੈਂ ਉੱਥੇ ਜਿੰਨਾ ਪੈਰਾਂ ਤੇ ਘੁੰਮੀ ਆ ਤੇ ਉਹ ਮੈਨੂੰ ਏਦਾਂ ਹੀ ਲੱਗਦਾ ਜਿੱਦਾਂ ਮੈਂ ਇੱਕ ਅੰਮ੍ਰਿਤਸਰ ਦਾ ਗੇੜਾ ਪੂਰਾ ਕੱਢਿਆ ਆ ਉਸ ਹਾਂਜੀ ਉਹ ਕੁਝ ਦਿਨਾਂ ਦੇ ਵਿੱਚ ਜਿਹੜੇ ਮੈਂ ਉੱਥੇ ਕੱਟੇ ਆ। ਤੇ ਜਿੱਥੋਂ ਤੱਕ ਸਾਡੀਆਂ ਮਾਵਾਂ ਭੈਣਾਂ ਦੀ ਉੱਥੇ ਪਾਰਟਿਸਿਪੇਸ਼ਨ ਆ ਤੇ ਏਦਾਂ ਹੈ ਕਿ ਫਰੰਟ ਦੇ ਉੱਤੇ ਜਿੱਦਾਂ ਕਹਿੰਦੇ ਨਾ ਕਿ ਬਾਰਡਰ ਦੇ ਉੱਤੇ ਤੁਸੀਂ ਲੜਾਈ ਤਾਂ ਕਰਦੇ ਹੋ ਤਾਂ ਪਿੱਛੋਂ ਸਪੋਰਟ ਜਿਹੜੀ ਚਾਹੀਦੀ ਹੈ ਉਹ ਵੀ ਬਹੁਤ ਜ਼ਿਆਦਾ ਉਹਦਾ ਮਹੱਤਵ ਹੁੰਦਾ ਹੈ। ਹਾਂਜੀ ਤੇ ਦੂਜੀ ਗੱਲ ਇਹ ਹੈ ਕਿ ਇਹ ਜਿਹੜਾ ਪੂਰਾ ਅੰਦੋਲਨ ਹੈਗਾ ਆ ਇਹ ਇਹੋ ਜਿਹੀ ਕਿਉਂਕਿ ਮੈਂ ਮੈਨੇਜਮੈਂਟ ਦੀ ਸਟੂਡੈਂਟ ਹਾਂ, ਮੈਂ ਬਿਜ਼ਨਸ ਸਟੱਡੀ ਕੀਤਾ ਹੋਇਆ। ਇਹੀ ਵਜ੍ਹਾ ਹੈ ਕਿ ਮੈਂ ਇਹਨਾਂ ਫਾਰਮ ਬਿੱਲਾਂ ਨੂੰ ਵੀ ਸਮਝ ਸਕਦੀ ਹਾਂ, ਹੈ ਨਾ। ਮੈਨੂੰ ਰਾਜਨੀਤੀ ਦੀ ਕਹਿ ਸਕਦੇ ਕਿ ਮੈਨੂੰ ਇੰਨੀ ਜ਼ਿਆਦਾ ਸਮਝ ਨਹੀਂ ਪਰ ਮੈਨੂੰ ਇਕਨੋਮਿਕਸ ਦੀ ਬਿਜ਼ਨਸ ਦੀ ਸਮਝ ਹੈਗੀ ਹੈ। ਤਾਂ ਮੇਰੀ ਉਸੇ ਸਟੱਡੀ ਨੇ ਉਸੇ ਐਜੂਕੇਸ਼ਨ ਨੇ ਮੈਨੂੰ ਇਹਨਾਂ ਫਾਰਮ ਬਿੱਲਾਂ ਦੀ ਜਿਹੜੀ ਇੰਪਲੀਕੇਸ਼ਨਸ ਹੈ ਵੀ ਕਿਸ ਤਰੀਕੇ ਦੇ ਨਾਲ ਇਹ ਮਾਰੂ ਨੇ ਉਹਦੀ ਸਮਝ ਲੱਗੀ। ਤੇ ਉੱਥੇ ਜਾ ਕੇ ਮੈਂ ਇਹ ਦੇਖਿਆ ਹੈ ਕਿ ਉਹਨਾਂ ਲੋਕਾਂ ਨੂੰ ਕਿਤੇ ਜ਼ਿਆਦਾ ਸਮਝ ਹੈ ਜਿਨ੍ਹਾਂ ਨੇ ਕਿਤਾਬਾਂ 'ਚ ਪੜ੍ਹਿਆ ਆ ਉਹਨਾਂ ਨਾਲੋਂ ਪੜ੍ਹਿਆ ਇਹੋ ਹੈ ਨਹੀਂ
ਅਨਪੜ੍ਹ ਨਹੀਂ ਸਰ, ਉੱਥੇ ਤਾਂ ਤੁਸੀਂ ਜਿਹੜਾ ਨਹੀਂ ਵੀ ਪੜ੍ਹਿਆ, ਤੁਸੀਂ ਬੀਬੀਆਂ ਨਾਲ ਵੀ ਗੱਲ ਕਰਕੇ ਵੇਖੋ, ਜਿਹੜੀਆਂ ਨਹੀਂ ਵੀ ਪੜ੍ਹੀਆਂ ਨਾ, ਉਹਨਾਂ ਨੂੰ ਵੀ ਪਤਾ ਹੈਗਾ ਆ ਕਿ ਇਸ ਸਮੇਂ ਕੀ ਵਾਪਰ ਰਿਹਾ ਸਾਡੇ ਦੇਸ਼ ਦੇ ਵਿੱਚ। ਮੈਨੂੰ ਲੱਗਦਾ ਹੈ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸਾਡਾ ਸੰਵਿਧਾਨ ਹੈ, ਇਹਨਾਂ ਲੋਕਾਂ ਨੂੰ ਸ਼ਾਇਦ ਇਹ ਅੜ ਗਏ ਨੇ, ਇਹਨਾਂ ਨੂੰ ਸਮਝ ਨਹੀਂ ਆ ਰਹੀ। ਪਰ ਮੈਂ ਉਹਨਾਂ ਸਭ ਨੂੰ ਇਹ ਕਹਿਣਾ ਚਾਹਾਂਗੀ ਕਿ ਸ਼ਾਇਦ ਸਾਡੇ ਵੱਡੀਆਂ ਡਿਗਰੀਆਂ ਵਾਲਿਆਂ ਤੋਂ ਵੀ ਵੱਧ ਕੇ ਸਾਡੇ ਦੇਸ਼ ਦੇ ਸੰਵਿਧਾਨ ਨੂੰ ਇਹ ਲੋਕ ਸਮਝਿਆ, ਇਹਨਾਂ ਨੇ ਸਮਝਿਆ ਹੈ। ਤੇ ਸਾਨੂੰ ਇਸ ਚੀਜ਼ ਦੀ ਇੱਜ਼ਤ ਕਰਨੀ ਚਾਹੀਦੀ ਹੈ, ਨਾ ਕਿ ਸਾਨੂੰ ਇਹ ਕਹਿਣਾ ਚਾਹੀਦਾ ਠੀਕ ਹੈ ਉਹ ਸਕੂਲ ਨਹੀਂ ਗਏ, ਕਈ ਸਕੂਲਾਂ 'ਚ ਨਹੀਂ ਗਏ, ਕਾਲਜਾਂ 'ਚ ਨਹੀਂ ਗਏ, ਪਰ ਜਿਹੜੀ ਐਜੂਕੇਸ਼ਨ ਜਿਹਨੂੰ ਅਸੀਂ ਸਿੱਖਿਆ ਕਹਿੰਦੇ ਆ, ਤੇ ਜਿਹੜੀ ਕੁਆਲੀਫਿਕੇਸ਼ਨ ਹੁੰਦੀ ਹੈ, ਕੁਆਲੀਫਿਕੇਸ਼ਨ ਹੁੰਦੀ ਮੇਰੀ ਇਹ ਡਿਗਰੀ ਹੈ, ਮੈਂ ਇਸ ਨੌਕਰੀ ਵਾਸਤੇ ਇਸ ਤਰੀਕੇ ਦੇ ਨਾਲ ਕਾਬਿਲ ਹਾਂ। ਪਰ ਕੁਆਲੀਫਿਕੇਸ਼ਨ ਤੇ ਐਜੂਕੇਸ਼ਨ 'ਚ ਬਹੁਤ ਫਰਕ ਹੁੰਦਾ ਹੈ। ਉਹ ਐਜੂਕੇਸ਼ਨ ਉਹਨਾਂ ਨੇ ਇਸ ਮਿੱਟੀ ਤੋਂ ਲਿੱਤੀ ਹੈ, ਉਹ ਐਜੂਕੇਸ਼ਨ ਉਹਨਾਂ ਨੇ ਆਪਣੇ ਵਡੇਰਿਆਂ ਤੋਂ ਲਿੱਤੀ ਹੈ, ਜਿਨ੍ਹਾਂ ਨੇ ਉਹ ਜੰਗਾਂ ਲੜੀਆਂ, ਜਿਨ੍ਹਾਂ ਇਸ ਦੇਸ਼ ਨੂੰ ਆਜ਼ਾਦੀ ਦਿਵਾਈ। ਇਹ ਐਜੂਕੇਸ਼ਨ ਉਹਨਾਂ ਲੋਕਾਂ ਨੇ ਦਿੱਤੀ ਹੈ ਜਿਨ੍ਹਾਂ ਨੇ ਹਰਿਤ ਕ੍ਰਾਂਤੀ ਦੇ ਦੌਰਾਨ ਇਸ ਦੇਸ਼ ਨੂੰ ਇਸ ਜੋਗਾ ਬਣਾਇਆ ਕਿ ਨਾ ਸਿਰਫ ਆਪਣੇ ਜੋਗਾ ਅੰਨ ਪੈਦਾ ਕਰੀਏ, ਬਲਕਿ ਇੰਨਾ ਅੰਨ ਪੈਦਾ ਕਰੀਏ ਕਿ ਅਸੀਂ ਬਾਹਰ ਵੀ ਦੇ ਸਕੀਏ। ਪਰ ਹੁਣ ਗੱਲ ਇਹ ਆਉਂਦੀ ਹੈ ਕਿ ਤੁਸੀਂ ਪਹਿਲਾਂ ਤਾਂ ਜ਼ਮੀਨਾਂ ਨੂੰ ਜ਼ਰਖੇਜ਼ ਕਰਵਾ ਲਿਆ ਇਹਨਾਂ ਲੋਕਾਂ ਕੋਲੋਂ, ਹੁਣ ਜਦੋਂ ਜ਼ਮੀਨਾਂ 'ਚੋਂ ਪੈਦਾਵਾਰ ਹੁੰਦੀ ਪਈ, ਹੁਣ ਤੁਸੀਂ ਕਹਿੰਦੇ ਹੋ ਵੀ ਉਹ ਸਾਨੂੰ ਦੇ ਦਿਓ। ਹੁਣ ਤੁਸੀਂ ਕਹਿੰਦੇ ਹੋ ਵੀ ਅਸੀਂ ਮਾਰਕੀਟਿੰਗ ਦੇ ਨਾਮ ਤੇ ਉਹਨਾਂ ਜ਼ਮੀਨਾਂ ਦਾ ਜਿਹੜਾ ਕਬਜ਼ਾ ਆ ਉਹ ਹੌਲੀ-ਹੌਲੀ ਕਰਕੇ ਉਹਨਾਂ ਘਰਾਣਿਆਂ ਨੂੰ ਦੇ ਦੇਵਾਂਗੇ। ਔਰ ਉਹ ਜਿਹੜੇ ਕਾਰਪੋਰੇਟਸ ਨੇ ਸਰ, ਉਹ ਕੋਈ ਟਰਸਟ ਨਹੀਂ ਹੈਗੀ, ਉਹ ਕਾਰਪੋਰੇਟ ਇੱਕ ਬੰਦੇ ਜਾਂ ਇੱਕ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਨਾ। ਕਈ ਕਾਰਪੋਰੇਟਸ ਇਹੋ ਜਿਹੇ ਹੈਗੇ ਨੇ ਜਿਹੜੇ ਕਿ ਟਰਸਟ ਦੇ ਵਾਂਗੂ ਕੰਮ ਕਰਦੇ ਨੇ, ਔਰ ਉਹ ਵੰਡੀਆਂ ਹੋਈਆਂ ਪਦਵੀਆਂ ਉਹਨਾਂ ਦੀ ਵਰਕਿੰਗ ਬੈਟਰ ਹੋ ਸਕਦੀ ਆ ਜਿਹੜੇ ਇੰਡੀਵਿਜੂਅਲ ਨਾਲ। ਜੀ ਬਿਲਕੁਲ। ਔਰ ਦੂਜੀ ਗੱਲ ਇਹ ਹੈ ਕਿ ਉਹ ਲੋਕ ਇਹ ਵੀ ਸਮਝਦੇ ਨੇ ਕਿ ਇਹ ਬਿੱਲਾਂ ਦਾ ਜਿਹੜੇ ਸਰਕਾਰ ਹੈ, ਕੇਂਦਰੀ ਸਰਕਾਰ ਦਾ ਕੋਈ ਹੱਕ ਨਹੀਂ ਬਣਦਾ ਇਹ ਬਿੱਲ ਬਣਾਉਣ ਤੇ। ਇਹ ਬਿੱਲ ਜਿਹੜੀ ਆ ਉਹ ਜਿਹੜੀ ਸਾਡੀ ਸੂਬਾ ਸਰਕਾਰ ਹੈਗੀ ਆ ਉਹ ਬਣਾਉਂਦੀ ਹੈ ਨਾ। ਤੇ ਫਿਰ ਕਿਸੇ ਕੋਲ ਉਹਨਾਂ ਨੇ ਕੋਈ ਕਿਸੇ ਤਰੀਕੇ ਦੀ ਸਲਾਹ ਨਹੀਂ ਲਈ ਕਿ ਤੁਹਾਡੇ ਉੱਤੇ ਕੀ ਅਸਰ ਹੋਏਗਾ ਇਸ ਚੀਜ਼ ਦਾ। ਅਸੀਂ ਇਹ ਵੀ ਜਾਣਦੇ ਹਾਂ ਕਿ ਅਮਰੀਕਾ ਦੇ ਵਿੱਚ ਇਹ ਬਿਲਸ ਜਿਹੜੇ ਨੇ ਉਹ ਇੰਪਲੀਮੈਂਟ ਹੋਏ ਨੇ ਪਹਿਲੇ। ਉੱਥੇ ਕਾਰਪੋਰੇਟਾਈਜੇਸ਼ਨ ਹੈਗੀ ਪੂਰੇ ਐਗਰੀਕਲਚਰ ਦੀ, ਤਾਂ ਉੱਥੋਂ ਦੀ ਸਬਸਿਡੀ ਵੀ ਦੇਖੋ ਤੁਸੀਂ, ਉਹਨਾਂ ਨੂੰ ਕਿੰਨੀਆਂ ਵੱਧ ਸਬਸਿਡੀਜ਼ ਦੇਣੀਆਂ ਪੈ ਰਹੀਆਂ। ਤੇ ਕੀ ਸਾਡੀ ਸਰਕਾਰ ਉਸ ਕਾਬਿਲ ਹੈਗੀ ਹੈ ਕਿ ਕੱਲ ਨੂੰ ਜਦੋਂ ਏਦਾਂ ਖੇਤੀ ਦੇ ਵਿੱਚੋਂ ਲੋਕੀ ਨਿਕਲਦੇ ਜਾਣਗੇ ਤੇ ਤੁਸੀਂ ਖੇਤੀ ਬਚਾਉਣ ਵਾਸਤੇ ਇੰਨੀਆਂ ਸਬਸਿਡੀਜ਼ ਦੇ ਸਕਦੇ ਹੋ? ਤੇ ਜਦੋਂ ਇਹ ਸਬਸਿਡੀਜ਼ ਦੇਣੀਆਂ ਪੈਣਗੀਆਂ ਤੇ ਫਿਰ ਉਹਦਾ ਭਾਰ ਕਿਹਦੇ ਤੇ ਪਏਗਾ? ਜਿਹੜੇ ਟੈਕਸ ਪੇ ਕਰਦੇ ਨੇ, ਹੌਲੀ-ਹੌਲੀ ਟੈਕਸ ਵਧਾਉਣਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲੋਕ ਸਮਝਦੇ ਨੇ। ਅਸੀਂ ਬਹੁਤ ਵੱਡੇ ਬੇਵਕੂਫ ਹੋਵਾਂਗੇ ਜੇਕਰ ਅਸੀਂ ਇਹ ਕਵਾਂਗੇ ਕਿ ਬਈ ਉਹ ਤਾਂ ਅਨਪੜ੍ਹ ਨੇ, ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈਗੀ। ਸਭ ਨੂੰ ਜਾਣਕਾਰੀ ਹੈ। ਉੱਥੇ ਤੁਸੀਂ ਦੇਖੋ ਅਮਰੀਕਾ ਤੋਂ, ਨਿਊਜ਼ੀਲੈਂਡ ਤੋਂ ਜਿਹੜੇ ਬੱਚੇ ਗਏ ਹੋਏ ਸੀਗੇ ਉਹ ਵੀ ਵਾਪਸ ਆਏ ਨੇ। ਹਾਂਜੀ, ਉਹ ਸਮਝਦੇ ਨੇ ਕਿ ਜਿੱਥੇ ਉਹ ਰਹਿੰਦੇ ਨੇ ਹੁਣ ਉੱਥੇ ਜਾ ਕੇ ਤੇ ਉਹਨਾਂ ਨੂੰ ਉੱਥੋਂ ਦਾ ਸਿਸਟਮ ਦੇਖਿਆ ਉਹਨਾਂ ਨੇ। ਤੇ ਕੋਈ ਵੀ ਇੰਨੀ ਕੁ ਸਮਝ, ਇੰਨੀ ਸਮਾਜਿਕ ਬੁੱਧੀ ਤਾਂ ਇਨਸਾਨ ਦੇ ਵਿੱਚ ਹੁੰਦੀ ਹੈ। ਤੋ ਇਹ ਕਹਿਣਾ ਬਹੁਤ ਗਲਤ ਹੋਏਗਾ ਕਿ ਉਹਨਾਂ ਨੂੰ ਸਮਝ ਨਹੀਂ ਹੈ। ਤੇ ਜਿਹਨੂੰ ਲੱਗਦਾ ਇਹਨਾਂ ਨੂੰ ਸਮਝ ਨਹੀਂ ਹੈ, ਮੈਂ ਸਿਰਫ ਇਹੀ ਕਹੂੰਗੀ ਕਿ ਇੱਕ ਵਾਰੀ ਉੱਥੇ ਹੋ ਕੇ ਆਓ, ਤੁਹਾਨੂੰ ਪਤਾ ਲੱਗ ਜਾਊਗਾ। ਬਹੁਤ ਅੱਛੀ ਗੱਲ। ਇੱਕ ਮਨਦੀਪ ਮੈਂ ਸਵਾਲ ਹੋਰ ਪੁੱਛਦਾ, ਯੂ ਹੈਵ ਡਨ MBA, ਉਹ ਵੀ ਪੁਣੇ ਸਿੰਬਾਇਸਿਸ ਇੰਸਟੀਚਿਊਟ, ਜਿਹੜੀ ਅੱਛੇ ਲੈਵਲ ਦਾ ਮਤਲਬ ਜਿਹਦਾ ਇੰਡੀਆ ਵਿੱਚ ਨਾਂ ਹੈਗਾ, ਨੌਕਰੀ ਵੀ ਕੀਤੀ ਹੈਗੀ ਆ। ਆਮ ਭਾਸ਼ਾ ਵਿੱਚ ਤੁਹਾਨੂੰ ਬਿਜ਼ਨਸ ਦੀ ਵੀ ਸਮਝ ਹੈਗੀ, ਕਿਸਾਨਾਂ ਦੀ ਵੀ ਸਮਝ ਹੈਗੀ ਆ। ਇਹ ਵਾਕਿਆ ਹੀ ਤੁਸੀਂ ਸਟੱਡੀ ਕੀਤਾ ਹੈਗਾ ਇਹ ਜਿਹਨੇ ਕਾਰਪੋਰੇਟਸ ਜਿਹੜੇ ਕਾਨੂੰਨ ਮੋਦੀ ਸਾਹਿਬ ਨੇ ਬਣਾਏ ਹੈਗੇ, ਇਹਨਾਂ ਦੀ ਕਿਸਾਨਾਂ ਦੀ ਜ਼ਮੀਨਾਂ ਜਾਂ ਇਹਨਾਂ ਦੇ ਖਦਸ਼ੇ, ਜਿਵੇਂ ਤੁਸੀਂ ਕਿਹਾ ਜਾਇਜ਼ ਆ, ਇਹ ਬਿਜ਼ਨਸ ਐਂਗਲ ਤੋਂ ਵੀ ਇਹਨਾਂ ਨੂੰ ਠੀਕ ਲੱਗਦਾ ਹੈਗਾ ਵੀ ਕਿਸਾਨ ਸਹੀ ਹੈ, ਸਰਕਾਰ ਗੱਲ ਤੇ ਆਏ ਤੇ? ਜੀ ਸਰ, ਬਿਲਕੁਲ। ਕਿਉਂਕਿ ਬਿਜ਼ਨਸ ਤੇ ਇੰਡਸਟਰੀਅਲਾਈਜੇਸ਼ਨ 'ਚ ਫਰਕ ਹੁੰਦਾ ਹੈ। ਹਾਂਜੀ। ਜਿਹੜਾ ਬਿਜ਼ਨਸ ਕਰਦਾ ਆ, ਬਿਜ਼ਨਸ ਦਾ ਇੱਕੋ ਹੀ ਮੰਤਵ ਹੁੰਦਾ ਪ੍ਰੋਫਿਟ। ਹਾਂਜੀ, ਹਾਂ, ਹੋਰ ਉਹਦਾ ਕੋਈ ਏਜੰਡਾ ਕੋਈ ਨਹੀਂ। ਏਜੰਡਾ ਕੋਈ ਨਹੀਂ। ਜਿਹੜਾ ਇੰਡਸਟਰੀਅਲਾਈਜੇਸ਼ਨ ਹੁੰਦਾ ਹੈ, ਇੰਡਸਟਰੀਅਲਾਈਜੇਸ਼ਨ ਦਾ ਮੰਤਵ ਹੁੰਦਾ ਡਿਵੈਲਪਮੈਂਟ। ਹਾਂਜੀ। ਉਹਦੇ ਵਿੱਚ ਅਸੀਂ ਦੂਸਰਿਆਂ ਵਾਸਤੇ ਜੌਬਸ ਕ੍ਰੀਏਟ ਕਰਦੇ ਹਾਂ, ਠੀਕ ਹੈ। ਅਸੀਂ ਰੋਜ਼ਗਾਰ ਬਣਾਉਂਦੇ ਹਾਂ, ਅਸੀਂ ਇਹ ਕਰਦੇ ਕਿ ਸਾਡੇ ਦੇਸ਼ ਵਿੱਚ ਜਿਹੜੀਆਂ ਚੀਜ਼ਾਂ ਨਹੀਂ ਬਣ ਰਹੀਆਂ ਉਹ ਬਣਾਈਆਂ ਜਾਣ। ਜੀ। ਪਰ ਤੁਸੀਂ ਹੁਣ ਦੇਖੋ ਕਿ ਜਦੋਂ ਪ੍ਰਾਈਵੇਟਾਈਜੇਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਆ ਕਿ ਸਾਰੀਆਂ ਚੀਜ਼ਾਂ ਡਿਸਾਈਡ ਜਿਹੜਾ ਹੈ ਉਹ ਪ੍ਰਾਈਵੇਟ ਸੈਕਟਰ ਵਾਲਾ ਬੰਦਾ ਹੀ ਕਰੂਗਾ।
ਯੈਸ ਉਹਦੇ ਵਿੱਚ ਸਰਕਾਰ ਦਾ ਕੋਈ ਵਿੱਚ ਤਾਲੁਕ ਨਹੀਂ ਹੋਏਗਾ। ਉਹਦੇ ਵਿੱਚ ਉਹ ਜਿਹੜੀਆਂ ਨੌਕਰੀਆਂ, ਹੁਣ ਮੰਨ ਲਓ ਸਰਕਾਰ ਇੱਕ ਰੈਂਕ ਨੂੰ 40,000 ਰੁਪਏ ਦਾ ਵੇਤਨ ਦਿੰਦੀ ਹੈ, ਤੇ ਜਦੋਂ ਤੁਸੀਂ ਪ੍ਰਾਈਵੇਟ ਦੇ ਵਿੱਚ ਆ ਜਾਂਦੇ ਹੋ ਨਾ, ਤਾਂ ਉਹ ਆਪਣੀਆਂ ਟਰਮਸ ਐਂਡ ਕੰਡੀਸ਼ਨਸ ਦੇ ਨਾਲ ਡਿਸਾਈਡ ਕਰਨਗੇ। ਹੁਣ ਉਹ ਇੱਕ ਬੰਦੇ ਨੂੰ 40,000 ਤੇ ਰੱਖਣ ਦੀ ਜਗ੍ਹਾ 4 ਬੰਦਿਆਂ ਨੂੰ 10-10,000 ਤੇ ਰੱਖਣਗੇ। ਸੋ ਅਸੀਂ ਇਹ ਕਹਿ ਦਾਂਗੇ ਕਿ ਤੁਸੀਂ ਜੌਬਸ ਵੱਧ ਕ੍ਰੀਏਟ ਕਰ ਰਹੇ ਹੋ, ਪਰ ਤੁਸੀਂ ਇਹ ਵੀ ਤਾਂ ਦੇਖੋ ਕਿ ਤੁਸੀਂ ਇੱਕ ਬੰਦੇ ਦੀ ਪਰਚੇਸਿੰਗ ਪਾਵਰ, ਖਰੀਦ ਦੀ ਜਿਹੜੀ ਦੀ ਤਾਕਤ ਹੈਗੀ, ਉਹ ਘਟਾ ਰਹੇ ਹੋ। ਜਿਹੜਾ ਗੈਪ ਆ ਉਹ ਉੱਪਰ, ਹੁਣ ਮੰਨ ਲਓ 5% ਸਾਡੇ ਜਿਹੜੇ ਨੇ ਕੈਪੀਟਲਿਸਟ, ਜਿਹੜੇ ਬਹੁਤ ਹਾਈ ਰੈਂਕ ਤੇ ਰਿਚ ਨੇ, ਬਹੁਤ ਅਮੀਰ ਨੇ, ਤੇ ਜਿਹੜਾ ਵਿਚਲਾ ਜਿਹੜਾ ਗੈਪ ਆ ਨਾ, ਉਹ ਇੰਨਾ ਵੱਧ ਜੂਗਾ ਕਿ ਉੱਪਰ 5% ਨਹੀਂ, ਉੱਤੇ ਸਿਰਫ 1% ਰਹਿ ਜਾਣਾ। ਹਾਂਜੀ ਹਾਂਜੀ ਹਾਂਜੀ। ਤੇ ਹੁਣ ਜੇ ਕੋਈ ਸੋਚਦਾ ਵੀ ਹੈ ਕਿ ਅਸੀਂ ਜੀ ਇਸ ਲੈਵਲ ਨੂੰ ਕ੍ਰਾਸ ਕਰ ਲਈਏ, ਆਉਣ ਵਾਲੇ ਟਾਈਮ ਵਿੱਚ ਉਹ ਲੈਵਲ ਕ੍ਰਾਸ ਨਹੀਂ ਹੋਣਾ। ਆਉਣ ਵਾਲੇ ਲੈਵਲ ਵਿੱਚ ਇੱਕ ਸਮਤਲ ਬਣ ਜਾਣੀ ਵੀ ਇਸ ਤੋਂ ਉੱਪਰ ਤੁਸੀਂ ਜਾ ਨਹੀਂ ਸਕਦੇ ਤੁਸੀਂ। ਔਰ ਜਿਹੜੀ ਸਰਕਾਰ ਆਪਣੀ ਵਰਕਿੰਗ ਨੂੰ, ਸਾਨੂੰ ਇਹ ਵੀ ਪਤਾ ਸਾਡਾ ਜੁਡੀਸ਼ਰੀ ਸਿਸਟਮ ਜਿਹੜਾ ਆ, ਉਹ 'ਚ ਸਾਡਾ ਭਰੋਸਾ ਕਿੰਨਾ ਉੱਠ ਚੁੱਕਿਆ, ਕਿੰਨੇ ਕੇਸਿਸ ਜਿਹੜੇ ਨੇ ਉਹ ਲਟਕ ਰਹੇ ਨੇ। ਤਾਂ ਕੀ ਅਸੀਂ ਹਾਂਜੀ, ਤਾਂ ਕੀ ਅਸੀਂ ਸੋਚਦੇ ਹਾਂ ਕਿ ਜਦੋਂ ਏਦਾਂ ਦਾ ਕੋਈ ਝਗੜਾ ਪਊਗਾ ਤੇ ਕਿਸਾਨ ਜਿਹੜਾ ਕੇਸ, ਅਗਰ ਵੈਸੇ ਤਾਂ ਜੁਡੀਸ਼ਰੀ ਦੀ ਪ੍ਰੋਵੀਜ਼ਨ ਨਹੀਂ ਹੈਗੀ, ਤੁਸੀਂ ਕੋਰਟ ਵਿੱਚ ਕੇਸ ਨਹੀਂ ਕਰ ਸਕਦੇ। ਜਿਹੜੀ ਉਹਨਾਂ ਨੇ ਪ੍ਰੋਟੈਸਟ ਤੋਂ ਬਾਅਦ ਕਿਹਾ ਕਿ ਹਾਂਜੀ ਅਸੀਂ ਮੰਨਦੇ ਹਾਂ ਕਿ ਤੁਹਾਨੂੰ ਕੋਰਟ ਦੀ ਪ੍ਰੋਵੀਜ਼ਨ ਹੋਵੇ, ਪਰ ਕੀ ਅਸੀਂ ਸੋਚਦੇ ਹਾਂ ਕਿ ਕੋਰਟ ਦੇ ਵਿੱਚ ਸਾਲਾਂ ਸਾਲ ਕਿਸਾਨ ਲਟਕਦਾ ਰਹੇਗਾ? ਉਹਦੀ ਕੀ ਸਿਚੁਏਸ਼ਨ ਹੋਏਗੀ? ਅੰਤ ਵਿੱਚ ਇਹੀ ਹੈ, ਮਤਲਬ ਉਹ ਕੋਰਟ ਦੇ ਕੇਸਾਂ ਤੇ ਪੈਸਾ ਲਾਉਂਦਾ ਰਹੂਗਾ ਆਪਣੀ ਜ਼ਮੀਨ ਵਾਸਤੇ, ਹੈ ਨਾ। ਮੈਨੂੰ ਹੋਰ ਗੱਲ ਦੱਸੋ, ਇਹ ਜਿੰਨੇ ਮੈਂ ਵੀ ਪੂਰਾ ਵਰਲਡ ਲਗਭਗ ਕਾਫੀ ਦੇਸ਼ਾਂ ਵਿੱਚ ਘੁੰਮਿਆ ਹੈਗਾ, ਇਹ ਜਿਹੜੇ ਕਾਰਪੋਰੇਟਸ ਆ, ਪੈਸੇ ਵਾਲੇ ਲੋਕ, ਇਹਨਾਂ ਦਾ ਸਰਕਾਰਾਂ ਦੇ ਤਾਂ ਇਨਫਲੂਐਂਸ ਹੁੰਦਾ ਹੈਗਾ, ਇਹਦੇ ਵਿੱਚ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ। ਇਹ ਪਹਿਲਾਂ 10 ਸਾਲ ਡਾਕਟਰ ਮਨਮੋਹਨ ਸਿੰਘ ਰਹੇ ਸੀ, ਉਹਨਾਂ ਨੇ ਇਸ ਤਰ੍ਹਾਂ ਇਕੋਨਮੀ ਨੂੰ ਗ੍ਰਿਪ ਕਰਕੇ ਰੱਖਿਆ ਸੀ। ਜਿਵੇਂ ਸਿਲੰਡਰ ਵਗੈਰਾ ਜਿਹੜੀਆਂ ਗਰੀਬ ਲੋਕਾਂ ਲਈ, ਉਹ ਉਹਨਾਂ ਦੀ ਈਵਨ ਪੈਟਰੋਲ ਵੀ ਬੜਾ ਰੀਜ਼ਨੇਬਲ, ਡੀਜ਼ਲ ਰੀਜ਼ਨੇਬਲ ਰੇਟ ਸੀ। ਇਹ ਹੁਣ ਜਦੋਂ ਦੇ ਮੋਦੀ ਸਾਹਿਬ ਆਏ ਹੈਗੇ ਆ, ਉਹ ਇਵੇਂ ਲੱਗਦਾ ਹੈਗਾ ਵੀ ਉਹ ਜਿਹੜੇ ਕਾਰਪੋਰੇਟਸ ਨੇ ਪੂਰੀ ਸਰਕਾਰ ਹੀ ਖਰੀਦ ਲਈ ਹੈਗੀ ਆ, ਸਾਰੀਆਂ ਚੀਜ਼ਾਂ ਦੇ ਰੇਟ ਲਗਾਤਾਰ ਵੱਧ ਰਹੇ ਹੈਗੇ ਆ। ਇਹ ਸਰਕਾਰ, ਮੋਦੀ ਸਾਹਿਬ ਇੰਨੀ ਇਹਨਾਂ ਨੂੰ ਫੇਵਰ ਕਿਉਂ ਕਰਦੇ ਹੈਗੇ? ਮੈਨੂੰ ਇਹ ਗੱਲ ਨਹੀਂ ਸਮਝ ਆਈ ਹੈਗੀ। ਚਲੋ ਕਰੋ ਥੋੜਾ ਜਿਹਾ ਲਿਮਿਟਸ ਵਿੱਚ ਰਹਿ ਕੇ। ਸਰ, ਅਸੀਂ ਜਿਹੜੇ ਸਟੇਜ ਤੇ ਸਾਡਾ ਦੇਸ਼ ਹੈਗਾ, ਅਸੀਂ ਇੱਕ ਮਿਕਸਡ ਇਕੋਨਮੀ ਆ। ਹਾਂਜੀ, ਰਲਵੀਂ ਮਿਲਵੀਂ ਇਕੋਨਮੀ ਹੈਗੀ ਨਾ। ਕਿਉਂਕਿ ਸਾਡੇ ਕੋਲ ਦੇਖੋ, ਸਾਨੂੰ ਸੋਸ਼ਲ ਕਿਹੜੀਆਂ ਫੈਸਿਲਿਟੀਜ਼ ਹੈਗੀਆਂ? ਕੀ ਸਾਡੀ ਬੁਢਾਪਾ ਪੈਨਸ਼ਨ ਇੰਨੀ ਹੈਗੀ ਹੈ ਕਿ ਬਿਨਾਂ ਕੰਮ ਕੀਤੇ ਸਾਡੇ ਬਜ਼ੁਰਗ ਜਿਹੜੇ ਆ 60-65 ਤੋਂ ਉੱਪਰ ਸਾਲ ਵਾਲੇ ਨਹੀਂ ਖਾ ਸਕਦੇ ਹੈਗੇ, ਹਨਾ? ਨਹੀਂ ਖਾ ਸਕਦੇ। ਕੀ ਸਾਡੇ ਕੋਲ ਹੁਣ ਤਾਂ ਪੈਨਸ਼ਨਸ ਖਤਮ ਕਰੀ ਜਾ ਰਹੇ, ਟੀਚਰਸ ਦੀਆਂ ਪੈਨਸ਼ਨਸ ਖਤਮ ਕਰੀ ਜਾ ਰਹੇ। ਹਾਂਜੀ, ਠੀਕ ਹੈ। ਕੀ ਸਾਡੇ ਕੋਲ ਆਰਮਡ ਫੋਰਸਿਸ ਦੇ ਵਿੱਚ ਜਿਹੜੇ ਸਾਡੇ ਫੌਜੀ ਨੇ, ਜਦੋਂ ਕਿਸੇ ਦੀ ਸ਼ਹਾਦਤ ਹੋ ਜਾਂਦੀ ਹੈ ਤਾਂ ਕਿਸੇ ਨੂੰ ਪੈਟਰੋਲ ਪੰਪ ਐਲੋਕੇਟ ਹੁੰਦਾ, ਕਿਸੇ ਨੂੰ ਗੈਸ ਏਜੰਸੀ, ਤੁਸੀਂ ਦੱਸੋ ਕਿ ਉਹਨਾਂ ਨੂੰ ਮਿਲਦੀ ਹੈ? ਨਹੀਂ, ਕਿਸੇ ਨੂੰ ਨਹੀਂ ਮਿਲਦੀ। ਉਹ ਤਾਂ ਵੱਡੇ ਵੱਡੇ ਲੋਕੀ ਲੈ ਜਾਂਦੇ ਹੈਗੇ ਨਾ, ਲੈ ਜਾ। ਤਾਂ ਇਹੋ ਜਿਹੀਆਂ ਹਜ਼ਾਰਾਂ ਹੀ ਉਦਾਹਰਨਾਂ ਹੈਗੀਆਂ ਨੇ ਜਿਹਦੇ ਵਿੱਚ ਅਸੀਂ ਇਹ ਸਵਾਲ ਕਰ ਸਕਦੇ ਹਾਂ ਕਿ ਤੁਸੀਂ ਸਾਨੂੰ ਕਹਿੰਦੇ ਹੋ ਕਿ ਸਿਸਟਮ 'ਚ ਅਸੀਂ ਵਿਸ਼ਵਾਸ ਰੱਖੀਏ, ਪਰ ਜਿਹੜਾ ਸਿਸਟਮ ਆ ਉਹ ਆਲਰੇਡੀ, ਹੁਣ ਜੇ ਤੁਹਾਡੀ ਇੱਥੇ ਕੰਨ ਪੱਟੀ ਤੇ ਕੋਈ ਬੰਦੂਕ ਰੱਖ ਕੇ ਕਹੂਗਾ ਵੀ ਇਹ ਕੇਸ ਰਫਾ ਦਫਾ ਕਰ ਦੇ, ਤਾਂ ਕੋਈ ਕੌਣ ਨਹੀਂ ਕਰੂਗਾ। ਤਾਂ ਸਿੱਧੀ ਜੀ ਗੱਲ ਹੈ ਕਿ ਜਿਨ੍ਹਾਂ ਦੇਸ਼ਾਂ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਆ ਉਹ ਸਹੀ ਤਰੀਕੇ ਨਾਲ ਕੰਮ ਕਰਦਾ ਆ, ਐਟਲੀਸਟ ਗਰਾਊਂਡ ਲੈਵਲ ਤੇ ਕਰਪਸ਼ਨ ਨਹੀਂ ਹੈਗੀ। ਤੁਸੀਂ ਗਵਰਨਮੈਂਟ ਆਫਿਸਿਸ ਵਿੱਚ ਜਾਓ, ਉੱਥੇ ਕਰਪਸ਼ਨ ਨਹੀਂ, ਤੁਹਾਡਾ ਆਰਾਮ ਨਾਲ ਸਿਸਟਮ ਟ੍ਰਾਂਸਪੇਰੈਂਟ ਆ। ਸਰ, ਇੱਥੇ ਤਾਂ ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ ਬਣਾਉਣ ਲੱਗਿਆਂ ਵੀ ਤੁਹਾਨੂੰ ਚੱਕਰ ਤੇ ਚੱਕਰ ਕੱਟਣੇ ਪੈਂਦੇ ਆ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦੀ, ਮੇਰੇ ਇੱਕ ਬੜੇ ਨੋਨ ਹੈਗੇ ਨੇ, ਉਹਨਾਂ ਦੀ ਪ੍ਰਾਪਰਟੀ ਟ੍ਰਾਂਸਫਰ ਹੋਣੀ ਸੀਗੀ ਉਹਨਾਂ ਦੇ ਮਾਤਾ ਜੀ ਦੇ ਨਾਮ ਤੋਂ, ਤੇ ਉਹਨਾਂ ਨੂੰ ਇੰਨੇ ਚੱਕਰ ਲਗਵਾਏ ਗਏ। ਫਿਰ ਜਦੋਂ ਫਾਈਨਲ ਸਾਰਾ ਕੁਝ ਕਲੀਅਰ ਹੋਇਆ ਜੀ, ਫਿਰ ਅਖਬਾਰ ਦੇ ਵਿੱਚ ਉਹ ਕੱਢਦੇ ਨੇ ਕਿ ਕਿਸੇ ਨੂੰ ਇਤਰਾਜ਼ ਤਾਂ ਨਹੀਂ ਹੈ। ਉਸ ਅਦਾਰੇ ਦੇ ਬੰਦਿਆਂ ਨੇ ਆਪਣੇ ਆਪ ਹੀ ਚਿੱਠੀ ਲਿਖ ਕੇ ਭੇਜ ਦਿੱਤੀ ਜੀ, ਅਸੀਂ ਜੀ ਇਹਦੇ ਤੇ ਇਤਰਾਜ਼ ਕਰਦੇ ਹਾਂ। ਜਦੋਂ ਉਹਦੀ ਕੋਈ ਵੈਲਿਊ ਨਹੀਂ ਹੈਗੀ ਵੈਸੇ ਲੀਗਲੀ।
ਲੀਗਲੀ ਕੋਈ ਵੈਲਿਊ ਨਹੀਂ, ਪਰ ਉਹਦੇ ਨਾਲ ਕੀ ਹੁੰਦਾ, ਪ੍ਰੋਸੈਸ ਲੰਬਾ ਹੋ ਜਾਂਦਾ ਹੈ। ਹਾਂ ਸਮਝਿਆ, ਠੀਕ ਕਿਉਂਕਿ ਤੁਸੀਂ ਮੁੜ ਕੇ ਉਹਨੂੰ ਐਡਰੈਸ ਲੱਭੋਗੇ, ਤੁਸੀਂ ਪ੍ਰੂਵ ਕਰਨਾ ਹੈ ਕਿ ਇਹ ਗਲਤ ਆ, ਹੋਰ ਤੁਹਾਡੇ 4 ਮਹੀਨੇ ਪੈ ਜਾਣਗੇ। ਤਾਂ ਇਹ ਕਿਉਂ, ਇਹ ਹਰਾਸਮੈਂਟ ਹੈ। ਹਰਾਸਮੈਂਟ ਕਰਕੇ ਤੁਸੀਂ ਅਗਲੇ ਨੂੰ ਮਜਬੂਰ ਕਰਦੇ ਹੋ ਕਿ ਕੁਝ ਲੈ ਦੇ ਕੇ ਕੰਮ ਤੁਹਾਡਾ ਛੇਤੀ ਹੋ ਜਾਏਗਾ। ਤਾਂ ਜਦੋਂ ਇਦਾਂ ਹੁੰਦਾ ਆ, ਤਾਂ ਇਸ ਟਾਈਮ ਤੇ ਅਗਰ ਕਾਰਪੋਰੇਟ ਵਾਲਾ, ਹੁਣ ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਨੀ ਆ, ਮੇਰੇ ਇੱਕ ਜਾਣਕਾਰ ਨੇ, ਉਹਨਾਂ ਦਾ 3 ਕਰੋੜ ਰੁਪਇਆ ਕਾਰਪੋਰੇਟ ਦੇ ਵਿੱਚ ਫਸਿਆ ਹੋਇਆ ਰੀਅਲ ਏਸਟੇਟ ਦੇ ਵਿੱਚ। ਅੱਛਾ ਜੀ। ਰੀਅਲ ਏਸਟੇਟ 'ਚ ਉਹਨਾਂ ਦਾ ਪੈਸਾ ਫਸਿਆ ਹੋਇਆ ਆ, ਤੇ ਉਹਨਾਂ ਨੂੰ ਜੀਐਸਟੀ ਪੇ ਕਰਨੀ ਉਹਨੇ, ਠੀਕ ਹੈ, ਜੀਐਸਟੀ ਦਾ ਜਿਹੜਾ ਉਹਨਾਂ ਦਾ ਨੋਟਿਸ ਆਈ ਜਾ ਰਿਹਾ। ਹੁਣ ਜਦੋਂ ਜੀਐਸਟੀ ਦੇ ਨੋਟਿਸ ਆ ਰਹੇ, ਤੇ ਉਹਨਾਂ ਨੂੰ ਕਮਿਸ਼ਨਰ ਨੇ ਬੁਲਾ ਲਿਆ ਕਿ ਤੁਸੀਂ ਜੀਐਸਟੀ ਪੇ ਨਹੀਂ ਕਰ ਰਹੇ। ਤਾਂ ਉਹ ਕਹਿੰਦੇ ਮੇਰੀ ਤਾਂ ਪੇਮੈਂਟ ਹੀ ਕਲੀਅਰ ਨਹੀਂ ਹੋਈ ਪਿੱਛੋਂ, ਮੈਂ ਤੁਹਾਨੂੰ ਕਿੱਥੋਂ ਪੇ ਕਰਦਾ, ਕਿ ਮੈਂ ਕਿਸੇ ਦਾ ਖੂਨ ਕਰਕੇ ਤੁਹਾਨੂੰ ਪੈਸੇ ਦੇਣਾ ਜੀਐਸਟੀ ਦੇ। ਤੁਸੀਂ ਜੀਐਸਟੀ ਤਾਂ ਲਾਗੂ ਕਰ ਦਿੱਤੀ ਹੈ, ਪਰ ਤੁਸੀਂ ਮੇਰੀ ਪੇਮੈਂਟ ਕਲੀਅਰ ਹੋਵੇ ਉਹਦੀ ਕੋਈ ਪ੍ਰੋਵੀਜ਼ਨ ਨਹੀਂ ਦਿੱਤੀ। ਓ ਯੈਸ ਹਾਂ, ਇਹ ਵੀ ਇੱਕ ਵੈਲਿਡ ਪੁਆਇੰਟ ਦੱਸਿਆ ਹੈਗਾ। ਇਹ ਪਹਿਲੀ ਵਾਰੀ ਮੇਰੇ ਨੋਟਿਸ ਵਿੱਚ ਆਇਆ ਹੈਗਾ ਇਸ ਤਰ੍ਹਾਂ ਦਾ ਪੁਆਇੰਟ। तो ਇਸੇ ਤਰੀਕੇ ਨਾਲ ਅਗਰ ਕਿਸਾਨਾਂ ਨੂੰ ਕੰਟਰੈਕਟ ਫਾਰਮਿੰਗ ਦੇ ਵਿੱਚ ਅਗਰ ਕੋਈ ਉਹਨਾਂ ਦੇ ਨਾਲ ਧੱਕਾ ਹੁੰਦਾ ਵੀ ਹੈ, ਤਾਂ ਉਹਨਾਂ ਨੂੰ ਤੇ ਜਿਹੜੇ ਟੈਕਸ ਤੁਸੀਂ ਚਲੋ ਲਾ ਦਿੱਤੇ, ਤੁਸੀਂ ਸਬਸਿਡੀਜ਼ ਵੀ ਘਟਾ ਦੋਗੇ, ਪਰ ਜਿਹੜੀ ਉਹਨਾਂ ਨੂੰ ਪੇਮੈਂਟ ਆਉਣੀ, ਜੇ 14 ਮਹੀਨਿਆਂ ਤੋਂ ਬਿਹਾਰ ਦੇ ਕਿਸਾਨ ਜਿਹੜੇ ਬੈਠੇ, ਉਹਨਾਂ ਨੂੰ ਪੇਮੈਂਟ ਨਹੀਂ ਗੰਨੇ ਦੀ ਕਲੀਅਰ ਹੋਈ। ਹਾਂਜੀ, ਪੰਜਾਬ ਵਿੱਚ ਵੀ ਇਹੀ ਹਾਲ ਹੈ। ਹਾਂਜੀ, ਤਾਂ ਕੀ ਪ੍ਰੋਵੀਜ਼ਨ ਹੈ ਉਹਦੀ? ਤੁਸੀਂ ਉਹਨਾਂ ਲੋਕਾਂ ਨੂੰ ਪ੍ਰੋਟੈਕਸ਼ਨ ਦੇ ਰਹੇ ਹੋ ਜਿਨ੍ਹਾਂ ਨੇ ਤੇ ਪੈਸੇ ਦੇ ਕੇ ਤੇ ਆਪਣਾ ਕੰਮ ਕਰਵਾ ਦੇਣਾ। ਹੁਣ ਇੱਕ ਬੰਦਾ ਮੰਨ ਲਓ ਸਾਡੇ ਦੇਸ਼ ਚੋਂ ਲੋਨ ਲੈ ਕੇ ਭੱਜ ਜਾਂਦਾ ਆ, ਤੁਸੀਂ ਉਸ ਇੱਕ ਬੰਦੇ ਨੂੰ ਨਹੀਂ ਰੋਕ ਸਕਦੇ, ਠੀਕ ਹੈ? ਤੇ ਇੰਨਾ ਵੱਡਾ ਜਿਹੜਾ ਕੋਈ ਖਰੀਦ ਕਰਕੇ ਜੇ ਕੋਈ ਇੱਥੋਂ ਚਲਾ ਵੀ ਜਾਊਗਾ, ਜੇ ਪਹਿਲਾਂ ਨਹੀਂ ਰੋਕ ਸਕੇ ਤੇ ਬਾਅਦ ਚੋਂ ਕਿੱਦਾਂ ਰੋਕ ਲੈਣਗੇ? ਰਾਤੋਂ ਰਾਤ ਤੇ ਹੋਰ ਗੱਲ ਮੈਂ ਪੁੱਛਣੀ ਚਾਹੁੰਦਾ, ਖਾਸ ਤੌਰ ਤੇ ਜਿਹੜਾ ਨੈਸ਼ਨਲ ਮੀਡੀਆ ਹੈਗੇ, ਜਿਹਨੂੰ ਗੋਦੀ ਮੀਡੀਆ ਕਹਿ ਦਿੰਦੇ ਹੈਗੇ ਆ, ਕੁਝ ਜਿਹੜੇ ਹੈਗੇ ਜਿਹਦੇ ਵਿੱਚ ਸਰਕਾਰਾਂ ਦੀ ਡਾਇਰੈਕਟ ਇੰਟਰਫੀਰੈਂਸ ਹੈਗੀ ਆ, ਉਹ ਬਿਲਕੁਲ ਨੈਗੇਟਿਵ ਸਾਈਡ ਤੋਂ ਪੰਜਾਬ ਦੇ ਜਾਂ ਇਹ ਜਿਹੜਾ ਕਿਸਾਨੀ ਸਟਰਗਲ ਜਿਹੜਾ ਪੂਰੇ ਇੰਡੀਆ ਦਾ ਹੈਗਾ, ਇਹਨੂੰ ਕਰ ਰਿਹਾ। ਕਦੀ ਕਹਿੰਦੇ ਟੈਰਰਿਸਟ ਆ, ਕਦੀ ਕਹਿੰਦੇ ਆਤੰਕਵਾਦੀ ਆ, ਕਦੀ ਕਹਿੰਦੇ ਕਮਿਊਨਿਸਟ ਆ ਗਏ, ਕਦੀ ਕਹਿੰਦੇ ਪਾਕਿਸਤਾਨ ਤੋਂ ਫੰਡਿੰਗ ਹੁੰਦੀ, ਕੋਈ ਕਹਿੰਦੇ ਚੀਨ ਤੋਂ ਹੋ ਰਹੀ, ਕੋਈ ਕਿਤੇ ਕੁਝ, ਕਿਹੜਾ ਇਲਜ਼ਾਮ ਨਹੀਂ ਹੈਗਾ। ਜਦ ਕਿ ਹੁਣ ਇਹ ਪੂਰਾ ਇਹਨਾਂ ਨੇ ਵੀ ਸੋਸ਼ਲ ਜਿਹੜਾ ਹੈਗਾ ਮੀਡੀਆ ਨਾਲ ਆਪਣੇ ਆਪ ਨੂੰ ਇਹੋ ਕੀਤਾ ਹੈਗਾ। ਇਹਨਾਂ ਨਾਲ ਇੱਕ ਪੋਜ਼ਿਟਿਵ ਗੱਲ ਹੈਗੀ ਹੈ, ਜਿਹੜੇ ਸਾਡੇ ਲੜਕੇ ਖਾਸ ਤੌਰ ਤੇ ਯੰਗ ਬਲੱਡ ਲੜਕੇ ਤੇ ਲੜਕੀਆਂ, ਉਹਨਾਂ ਨੂੰ ਮਤਲਬ ਸਰਕਾਰ ਦੇ ਪੈਰਲਲ ਆਪਣੀ ਕਾਬਲੀਅਤ ਦਿਖਾਉਣੇ ਦਾ ਮੌਕਾ ਮਿਲ ਗਿਆ ਹੈਗਾ। ਇਹ ਵੀ ਬਲੈਸਿੰਗ ਇਨ ਡਿਸਗਾਈਜ਼ ਹੈਗਾ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਬਲੈਸਿੰਗ ਇਨ ਡਿਸਗਾਈਜ਼ ਬਿਲਕੁਲ ਹੈਗਾ ਸਰ, ਕਿ ਜਿਹੜੀ ਅਸੀਂ ਯੂਨਿਟੀ ਦੇਖਣਾ ਚਾਹੁੰਦੇ ਸੀਗੇ, ਸਾਨੂੰ ਲੱਗਦਾ ਸੀਗਾ ਕਿ ਬਈ ਹਰਿਆਣਾ ਤਾਂ ਪੰਜਾਬ ਇੱਕੋ ਹੀ ਸੀਗੇ, ਹਿਮਾਚਲ ਇੱਕੋ ਹੀ ਸੀਗੇ, ਇਹ ਲੜਦੇ ਕਿਉਂ? ਸਾਨੂੰ ਸਮਝ ਨਹੀਂ ਸੀ ਆਉਂਦੀ ਕਿ ਮਤਲਬ ਇੱਕ ਬੜਾ ਸਾਦਾ ਜਿਹਾ ਮਸਲਾ ਹੈਗਾ ਆ, ਪਾਣੀ ਨਹਿਰਾਂ ਦਾ ਜੇਕਰ ਮਿਲ ਜੇ ਸਾਨੂੰ ਤਾਂ ਸਾਡਾ ਵਾਟਰ ਟੇਬਲ ਬਚ ਜੂਗਾ, ਹੈ ਨਾ? ਤਾਂ ਉਹ ਨਹਿਰਾਂ ਦਾ ਪਾਣੀ ਜੇਕਰ ਤੁਸੀਂ ਸਹੀ ਤਰੀਕੇ, ਹੁਣ ਜੇ ਬਿਜਲੀ ਤੁਸੀਂ ਵੇਚਦੇ ਹੋ ਕਿਸੇ ਨੂੰ ਤਾਂ ਤੁਸੀਂ ਪੈਸੇ ਲੈਂਦੇ ਹੀ ਹੋ ਨਾ। ਤੇ ਹੁਣ ਮੰਨ ਲਓ ਵੱਡੇ ਵੱਡੇ ਕਾਰਪੋਰੇਟਸ ਆ ਜਿਹੜੇ ਇੱਥੇ ਕੋਲਡ ਡਰਿੰਕ ਦਾ ਵਪਾਰ ਕਰਦੇ ਆ, ਤਾਂ ਜਦੋਂ ਉਹ ਇੱਥੋਂ ਦਾ ਪਾਣੀ ਵਰਤਦੇ ਆ ਤਾਂ ਪੇ ਕਰਦੇ ਆ ਪਾਣੀ ਦਾ? ਇਹ ਕਰਦੇ ਨਹੀਂ ਕਰਦੇ। ਤੁਸੀਂ ਦੇਖੋ ਕੇਰਲਾ ਦੇ ਵਿੱਚ ਇੱਕ ਪਿੰਡ ਆ ਜਿਹੜਾ ਪੂਰਾ ਦਾ ਪੂਰਾ ਪਿੰਡ ਕੋਕਾ ਕੋਲਾ ਕਰਕੇ ਬਰਬਾਦ ਹੋ ਗਿਆ, ਉਹਨਾਂ ਦਾ ਵਾਟਰ ਟੇਬਲ ਖਤਮ ਹੋ ਗਿਆ। ਉਸ ਪਿੰਡ ਨੇ ਮੁੜ ਕੇ ਪਟੀਸ਼ਨ ਪਾਈ ਸੀ 2004 ਦੇ ਵਿੱਚ, ਉਸ ਤੋਂ ਬਾਅਦ ਉਹਨਾਂ ਨੇ ਉੱਥੇ ਪਲਾਂਟ ਨਹੀਂ ਲੱਗਣ ਦਿੱਤਾ। ਔਰ ਹਾਂਜੀ, ਤਾਂ ਜਦੋਂ ਤੁਸੀਂ ਇੰਡਸਟਰੀ ਦੀ ਗੱਲ ਕਰਦੇ ਹੋ, ਕਿ ਤੁਸੀਂ ਇਹ ਗੱਲ ਕਰਦੇ ਹੋ ਕਿ ਉਸ ਇੰਡਸਟਰੀ ਦੇ ਨਾਲ ਜਿਹੜਾ ਨੁਕਸਾਨ ਹੋਏਗਾ ਉਹਨੂੰ ਕਿੱਦਾਂ ਅਸੀਂ ਰੋਕਣਾ ਹੈ? ਜੌਬਸ ਕ੍ਰੀਏਟ, ਸਰ ਜੌਬ ਤੇ ਲੇ ਆਫ ਵੀ ਕਰ ਦਿੰਦੇ ਆ। ਹੁਣ ਕੋਰੋਨਾ ਦੇ ਟਾਈਮ ਦੇ ਵਿੱਚ ਕਿੰਨੀਆਂ ਜੌਬਸ ਗਈਆਂ, ਕੋਈ ਕੇਸ ਕਰ ਸਕਦਾ? ਨਹੀਂ ਕਰ ਸਕਦਾ ਨਾ, ਕੋਈ ਕੁਝ ਨਹੀਂ ਕਹਿ ਸਕਦਾ। ਜਿੱਥੋਂ ਤੱਕ ਨਵੀਂ ਪੀੜ੍ਹੀ ਦੀ ਗੱਲ ਆਈ ਹੈ, ਉਹਨਾਂ ਨੂੰ ਵਾਕਈ ਉਹਨਾਂ ਨੂੰ ਮੌਕਾ ਵੀ ਮਿਲਿਆ, ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਬਹੁਤ ਹੌਸਲਾ ਵੀ ਮਿਲਿਆ ਹੈ, ਕਿਉਂਕਿ ਕਿਤੇ ਨਾ ਕਿਤੇ ਉਹ ਵੀ ਸ਼ਾਇਦ ਇਸ ਵਹਾਣ ਵਿੱਚ ਵਹੀ ਜਾਂਦੇ ਸੀਗੇ ਕਿ ਸ਼ਾਇਦ ਹੁਣ ਇਹੀ ਰਹਿ ਗਿਆ, ਸ਼ਾਇਦ ਹੁਣ ਸਾਨੂੰ ਇਸ ਤਰੀਕੇ ਨਾਲ ਹੀ ਚੱਲਣਾ ਪੈਣਾ। ਪਰ ਇਸ ਅੰਦੋਲਨ ਨੇ ਸਾਡੇ ਸਾਹਮਣੇ, ਜਿਨ੍ਹਾਂ ਨੇ ਪੁਰਾਣਾ ਪੰਜਾਬ ਨਹੀਂ ਵੇਖਿਆ, ਸਾਡੇ ਸਾਹਮਣੇ ਉਸ ਪੰਜਾਬ ਦੀ ਤਸਵੀਰ ਜਿਹੜੀ ਉਹ ਸਾਹਮਣੇ ਲਿਆ ਕੇ ਰੱਖ ਦਿੱਤੀ। ਮੈਂ ਤੁਹਾਨੂੰ ਇੱਕ ਬੜੀ ਦਿਲਚਸਪ ਜੀ ਗੱਲ ਮੈਂ ਦੱਸੂਗੀ ਕਿ ਮੈਂ ਜਦੋਂ ਛੋਟੀ ਹੁੰਦੀ ਸਾਂ, ਜਦੋਂ ਅਸੀਂ ਕਹਾਣੀਆਂ ਸੁਣਦੇ ਹੁੰਦੇ ਸੀ ਆਪਣੇ ਦਾਦਾ ਜੀ ਕੋਲੋਂ। ਭੈਣ ਭਰਾ ਹੋ ਤੁਸੀਂ ਪਹਿਲਾਂ ਦੱਸ? ਮੇਰੇ 2 ਭਰਾ ਨੇ।
ਅੱਛਾ, ਛੋਟੇ ਹਾਂਜੀ, ਕਿ ਵੱਡੇ ਆ ਤੇਰੇ ਤੋਂ? ਇੱਕ ਵੱਡਾ ਇੱਕ ਛੋਟਾ ਹੈ। ਗੁੱਡ ਗੁੱਡ, ਅੱਛਾ ਅੱਛਾ। ਹਾਂਜੀ, ਤੇ ਅਸੀਂ ਜਦੋਂ ਸੁਣਦੇ ਹੁੰਦੇ ਸੀ ਤੇ ਅਸੀਂ ਸੋਚਦੇ ਹੁੰਦੇ ਸੀ ਕਿ ਮੈਂ ਕਦੀ ਕੱਚੇ ਘਰਾਂ ਵਿੱਚ ਮਤਲਬ ਕਦੀ-ਕਦੀ ਹੁਣ ਜਦੋਂ ਕਿਤੇ ਸ਼ੂਟਿੰਗ ਤੇ ਚਲੇ ਜਾਓ ਤਾਂ ਉੱਥੇ ਦਿਖਦੇ ਕਿਸੇ ਲੋਕੇਸ਼ਨ ਤੇ ਹਨਾ, ਹਾਂ ਪਰ ਹਾਂ ਅਸੀਂ ਗੱਲਾਂ ਸੁਣਦੇ ਸੀਗੇ ਕਿ ਪਿੰਡਾਂ ਦੀਆਂ ਕੋਠੜੀਆਂ ਹੁੰਦੀਆਂ ਸੀ, ਅਸੀਂ ਕੋਠੇ ਤੋਂ ਕੋਠੇ ਟੱਪ-ਟੱਪ ਕੇ ਪੂਰਾ ਪਿੰਡ ਘੁੰਮ ਲੈਂਦੇ ਹਾਂ ਸੀਗੇ, ਕਿਸੇ ਵੀ ਖੇਤ ਵਿੱਚੋਂ ਮੂਲੀਆਂ ਚੱਕ ਕੇ ਖਾ ਲੈਂਦੇ ਸੀਗੇ, ਕੋਈ ਕੁਛ ਨਹੀਂ ਸੀ ਕਹਿੰਦਾ, ਕੁੜੀਆਂ ਜੀ ਨੂੰ ਕੋਈ ਕਿਸੇ ਤਰੀਕੇ ਦੀ ਕੋਈ ਇਨਸਿਕਿਉਰਿਟੀ ਡਰ ਨਹੀਂ ਸੀ ਹੁੰਦਾ ਹਨਾ। ਤਾਂ ਮੈਂ ਉਦੋਂ ਸੋਚਦੀ ਹੁੰਦੀ ਸਾਂ ਛੋਟੇ ਹੁੰਦਿਆਂ ਵੀ ਇੱਕ ਕੰਧਾਂ ਤੇ ਦਰਵਾਜ਼ੇ ਕਿਉਂ ਹੈਗੇ ਆ? ਇਹ ਸਾਰੇ ਹਮ, ਘਰ ਮੇਰੇ ਕਿਉਂ ਨਹੀਂ? ਤੇ ਮੇਰਾ ਜੀ ਕਰਦਾ ਹੁੰਦਾ ਸੀ ਕਿ ਮੈਂ ਆਪਣੇ ਘਰ ਤੋਂ ਤੁਰਾਂ ਤੇ ਮੈਨੂੰ ਸੜਕ ਤੇ ਨਾ ਜਾਣਾ ਪਵੇ। ਮੈਂ ਵਾਹ ਘਰਾਂ ਵਾਹ ਦੇ ਅੰਦਰੋਂ ਅੰਦਰ ਦੀ ਅੰਦਰ ਦੀ ਜਾਵਾਂ ਤੇ ਮੈਂ ਸਾਰਾ ਦੇਸ਼ ਘੁੰਮਾਵਾਂ। ਮੇਰਾ ਇਹ ਜੀ ਵਾਹ, ਕਰਦਾ ਹੁੰਦਾ ਸੀ। ਤੇ ਹੁਣ ਜਦੋਂ ਮੈਂ ਇਸ ਬਾਰਡਰ ਦੇ ਉੱਤੇ ਗਈ ਆ ਸਿੰਘੂ ਤੇ, ਤਾਂ ਸਰ ਮੇਰਾ ਯਕੀਨ ਮੰਨਿਓ, ਉੱਥੋਂ ਦਾ ਹਰ ਬਜ਼ੁਰਗ ਤੁਹਾਨੂੰ ਲੱਗੇਗਾ ਕਿ ਤੁਹਾਡਾ ਦਾਦਾ ਦਾਦੀ ਨਾਨਾ ਨਾਨੀ। ਵਾਹ ਵਾਹ, ਉੱਥੋਂ ਦਾ ਹਰ ਨੌਜਵਾਨ ਤੁਹਾਨੂੰ ਆਪਣਾ ਭੈਣ ਭਰਾ ਮਿੱਤਰ ਲੱਗੂਗਾ, ਹਰ ਬੱਚਾ ਤੁਹਾਨੂੰ ਲੱਗੇਗਾ ਕਿ ਤੁਹਾਡਾ ਭਤੀਜਾ ਭਣੇਵਾ ਭਣੇਵੀਂ ਹੈ, ਭਤੀਜੀ ਹੈ, ਹਮ, ਔਰ ਹਮ, ਹਰ ਘਰ ਆਪਣਾ ਲੱਗੂਗਾ। ਉੱਥੇ ਹਮ, ਕੋਈ ਵੀ ਕਿਸੇ ਨੂੰ ਵੀ ਖੜ ਕੇ ਗੱਡੀ ਨੂੰ ਕਹਿ ਦਿੰਦਾ ਮੈਨੂੰ ਉੱਥੇ ਛੱਡ ਆਓ, ਤਾਂ ਤੁਸੀਂ ਡਰੋਗੇ ਨਹੀਂ ਵੀ ਮੈਨੂੰ ਇਹ ਰਸਤੇ 'ਚ ਕੁਝ ਕਰ ਨਾ ਦੇਵੇ। ਹਾਂਜੀ ਤੁਸੀਂ ਹਾਂਜੀ। ਜਿਹੜੇ ਮਰਜ਼ੀ ਜਗ੍ਹਾ ਤੋਂ ਜਿਹੜਾ ਕੁਝ ਵਰਤਾ ਰਿਹਾ ਤੁਸੀਂ ਉਹਦੇ ਕੋਲ ਲੈ ਕੇ ਖਾਓਗੇ, ਤੁਹਾਨੂੰ ਹਮ ਡਰ ਨਹੀਂ ਹੋਏਗਾ ਵੀ ਇਹਦੇ 'ਚ ਕੁਝ ਪਾਇਆ ਤਾਂ ਨਹੀਂ। ਹਮ ਤੁਸੀਂ ਜਿਹੜੇ ਮਰਜ਼ੀ ਘਰ ਤੇ ਚਲੇ ਜਾਓ, ਤੁਹਾਨੂੰ ਬੂਹਾ ਖੜਕਾਉਣ ਦੀ ਲੋੜ ਨਹੀਂ ਹੈਗੀ, ਉਹ ਤੁਹਾਨੂੰ ਉਹਨਾਂ ਨੇ ਕਹਿ ਦੇਣਾ ਆਓ ਜੀ ਬੈਠੋ। ਬਹੁਤ ਅੱਛੀ ਗੱਲ। ਸੋ ਅੱਛਾ, ਇੱਕ ਇੱਕ ਹਾਂਜੀ ਮੈਂ ਇੱਕ ਸਵਾਲ ਹੋਰ ਪੁੱਛਦਾ, ਜਿਵੇਂ ਤੁਸੀਂ ਉੱਥੇ ਗਏ ਹੈਗੇ ਆ ਆਪਣੇ ਇਹਦੇ ਵਿੱਚ, ਇਹ ਚੀਜ਼ਾਂ ਬਹੁਤ ਸੋਹਣੀਆਂ ਦੱਸੀਆਂ ਹੈਗੀਆਂ, ਇਹ ਯੂ ਆਰ ਇਕੋਨੋਮਿਸਟ, ਇਕਨੋਮਿਕਸ ਦੀ ਵੀ ਨੌਲੇਜ ਆ, ਜੀ ਮੈਨੇਜਮੈਂਟ ਦੀ ਵੀ, ਇਹਦਾ ਕੀ ਰਿਪਰੋਚਮੈਂਟ ਦੀ ਕਿੱਦਾਂ ਸੰਭਾਵਨਾ ਲੱਗਦੀ ਹੈਗੀ? ਸਰਕਾਰ ਕਿੰਨਾ ਕੁ ਮੋਲਡ ਕਰੇ, ਕਿਸਾਨ ਕਿੰਨਾ ਕੁ ਕਰਨ, ਕਿੱਥੇ ਕਿ ਇਹਨਾਂ ਦੀ ਐਡਜਸਟਮੈਂਟ ਹੁੰਦੀ ਲੱਗਦੀ ਹੈਗੀ? ਕਿਉਂਕਿ ਤੈਨੂੰ ਕਿਸਾਨੀ ਦੀ ਵੀ ਸਮਝ ਹੈਗੀ ਆ ਤੇ ਮੈਨੇਜਮੈਂਟ ਦੀ ਵੀ ਸਮਝ ਹੈਗੀ, ਕਿੱਥੇ ਸਰ ਲੱਗਦਾ ਕੀ? ਸਰ ਜਦੋਂ ਸਾਨੂੰ ਦੇਖੋ, ਜਦੋਂ ਕੋਈ ਕੰਮ ਜਿਹੜਾ ਆ ਉਹ 80% ਗਲਤ ਹੋ ਗਿਆ ਹੋਵੇ ਹਾਂਜੀ ਹਨਾ, ਤੇ ਅਸੀਂ 80% ਗਲਤੀ ਨੂੰ ਠੀਕ ਕਰਨ ਦੀ ਬਜਾਏ ਉਹਨੂੰ ਰੱਦ ਕਰ ਜੇਕਰ ਦਿੱਤਾ। ਹਾਂਜੀ, ਤੇ ਉਹਨੂੰ ਸ਼ੁਰੂ ਤੋਂ ਇੱਕ ਦੂਜੇ ਦੇ ਨਾਲ ਰਲ ਕੇ ਹਾਂਜੀ ਗੱਲਬਾਤ ਕਰਕੇ ਇੱਕ ਅਜਿਹਾ ਕਾਨੂੰਨ ਬਣਾਇਆ ਜਾਵੇ ਜਿਹੜਾ ਸਾਰਿਆਂ ਦੇ ਲਈ ਫਾਇਦੇਮੰਦ ਹੋਵੇ। ਮੈਂ ਇਹ ਨਹੀਂ ਕਹਿੰਦੀ ਕਿ ਖੇਤੀ 'ਚ ਰਿਫਾਰਮ ਨਹੀਂ ਚਾਹੀਦੇ, ਰਿਫਾਰਮ ਚਾਹੀਦੇ ਨੇ, ਚਾਹੀਦੇ ਰਿਫਾਰਮ ਚਾਹੀਦੇ ਨੇ ਕਿ ਕਿਸਾਨਾਂ ਨੂੰ ਉਹਨਾਂ ਦੇਖੋ ਜਿਹੜੀ ਪ੍ਰਾਈਵੇਟ ਸੈਕਟਰ ਮੰਨ ਲਓ ਜਾਂ ਹੋਰ ਸੈਕਟਰ ਵਿੱਚ ਨੌਕਰੀਆਂ ਆ, ਉਹਨਾਂ ਦੇ ਵਿੱਚ ਤਨਖਾਹਾਂ ਕਾਫੀ ਵਧੀਆ ਹੈ ਨਾ, ਸੋ ਹਰ ਵਾਰੀ ਕੋਈ ਨਾ ਕੋਈ ਭੱਤਾ ਮਿਲ ਜਾਂਦਾ, ਹਰ ਵਾਰੀ ਕੋਈ ਨਾ ਕੋਈ ਪੇ ਕਮਿਸ਼ਨ ਦੀ ਰਿਵਾਈਜ਼ਲ ਹੁੰਦਾ ਆ ਤੇ ਉੱਤੋਂ ਮਿਲ ਜਾਂਦਾ, ਪਰ ਕਿਸਾਨ ਦੀ ਜਿੰਨੇ ਗੁਣਾ ਵਧਣੀ ਚਾਹੀਦੀ ਸੀਗੀ ਉਹਨਾਂ ਦੀ ਇਨਕਮ, ਉਸ ਹਿਸਾਬ ਨਾਲ ਨਹੀਂ ਵਧੀ। ਸੋ ਹਾਂਜੀ ਇਹ ਤੋਂ ਸਾਫ਼ ਲੱਗਦਾ ਹੈ ਕਿ ਸਾਡਾ ਜਿਹੜਾ ਸਿਸਟਮ ਆ ਉਹਦੇ ਵਿੱਚ ਇੰਪਰੂਵਮੈਂਟ ਦੀ ਜ਼ਰੂਰਤ ਹੈਗੀ ਹੈ। ਪਰ ਇੰਪਰੂਵਮੈਂਟ ਦੀ ਜ਼ਰੂਰਤ ਹੈਗੀ ਹੈ, ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਜਿਹੜੀ ਬਣੀ ਬਣਾਈ ਆਲਰੇਡੀ ਇੱਕ ਚੰਗੀ ਚੀਜ਼ ਆ ਉਹਨੂੰ ਪੂਰੀ ਤਰ੍ਹਾਂ ਰੱਦ ਕਰਕੇ ਤੇ ਤੁਸੀਂ ਇੱਕ ਇਹੋ ਜਿਹੀ ਚੀਜ਼ ਲੈ ਆਓ ਜਿਹਦੇ ਤੇ ਕਿਸੇ ਦੀ ਸਹਿਮਤੀ ਨਹੀਂ ਹੈਗੀ, ਹਾਂਜੀ ਹਾਂਜੀ, ਬਿਲਕੁਲ ਠੀਕ ਠੀਕ ਹੈ। ਜਿਹਦੇ ਤੇ ਸਾਰਿਆਂ ਨੂੰ ਡਰ ਆ। ਉਹ ਡਰ ਕਿਉਂ ਹੈ ਸਰ? ਭਰੋਸਾ ਨਹੀਂ ਨਾ ਹੈਗਾ। ਹੁਣ ਇਹਦੀ ਐਗਜ਼ਾਮਪਲ ਇੱਕ ਅਗਰ ਅਸੀਂ ਏਦਾਂ ਲਈਏ ਕਿ ਮੰਨ ਲਓ ਅਕਸਰ ਦੇਖਿਆ ਜਾਂਦਾ ਆ, ਮਤਲਬ ਅਗਰ ਤੁਸੀਂ ਡੋਮੈਸਟਿਕ ਵਾਇਲੈਂਸ ਦੇ ਕੇਸ ਦੇਖੋ ਤਾਂ ਲੜਾਈ ਅਗਰ ਵਿਆਹ ਤੋਂ ਬਾਅਦ ਕਿਤੇ ਇਸ ਤਰ੍ਹਾਂ ਦਾ ਕਿਸੇ ਨਾਲ ਹੁੰਦਾ ਆ, ਉਹ ਲੜਕੀ ਘਰ ਆ ਜਾਂਦੀ ਤੇ ਮੁੜ ਕੇ ਜਿਹੜੇ ਸੁਲ੍ਹਾ ਸਫਾਈ ਕਰਵਾਉਣ ਵਾਲੇ ਹੁੰਦੇ ਆ ਉਹ ਕਹਿੰਦੇ ਆ ਵੀ ਠੀਕ ਹੈ ਇੱਕ ਵਾਰੀ ਹੋਰ ਦੇਖ ਲਓ, ਜ਼ਿੰਮੇਵਾਰੀ ਲੈਂਦੇ ਆ ਆਪਾਂ, ਠੀਕ ਹੈ। ਹਾਂਜੀ ਤਾਂ ਹਾਂਜੀ ਅਗਲੇ ਨੇ ਜ਼ਿੰਮੇਵਾਰੀ ਲੈ ਲਿੱਤੀ, ਠੀਕ ਆ ਤੁਸੀਂ ਜ਼ਿੰਮੇਵਾਰੀ ਲੈ ਲਿੱਤੀ, ਪਰ ਅਗਲੀ ਵਾਰੀ ਜੇ ਅਗਲੇ ਨੂੰ ਮਾਰ ਹੀ ਦੇਣ ਤੇ ਫਿਰ ਤੁਸੀਂ ਤੁਹਾਡੀ ਜ਼ਿੰਮੇਵਾਰੀ ਨੂੰ ਕਿੰਨੇ ਕੀ ਕਰਨਾ ਹੈ? ਬਿਲਕੁਲ ਤੁਹਾਡੀ ਠੀਕ, ਜ਼ਿੰਮੇਵਾਰੀ ਨੇ ਅਗਲੇ ਦੀ ਜ਼ਿੰਦਗੀ ਥੋੜੀ ਨਾ ਵਾਪਸ ਲਿਆ ਦੇਣੀ। ਬਿਲਕੁਲ ਠੀਕ ਠੀਕ। ਅਸੀਂ ਗੱਲ ਕਰਦੇ ਪਏ ਨੈਗੋਸੀਏਸ਼ਨ ਹੁਣ ਕਰ ਲੈਣਗੇ, ਕੱਲ ਨੂੰ ਫੇਰ ਏਦਾਂ ਹੀ ਜ਼ਬਰਦਸਤੀ ਬਿੱਲ ਦੇ ਵਿੱਚ ਕੁਝ ਹੋਰ ਪਾ ਦੇਣਗੇ। ਜਿਸ ਬਿਲਕੁਲ ਠੀਕ। ਤਰੀਕੇ ਨਾਲ ਬਿੱਲ ਇਹ ਪਾਸ ਹੋਏ ਨੇ ਰਾਤੋਂ ਰਾਤ, ਉਹ ਜਦੋਂ ਸਪੀਕਰ ਅਨਾਉਂਸ ਕਰ ਰਹੇ ਸੀ ਉਹਨਾਂ ਦਾ ਅੱਖਾਂ ਥੱਲੇ ਹੀ ਸੀ, ਉਹਨਾਂ ਨੇ ਇੱਕ ਵਾਰੀ ਵੀ ਵੇਖਿਆ ਨਹੀਂ, ਜਾਂ ਉਹਨਾਂ ਨੇ ਮਤਲਬ ਇੰਨਾ ਰੌਲਾ ਪਿੱਛੋਂ ਪੈ ਰਿਹਾ ਸੀਗਾ, ਤੁਸੀਂ ਸੁਣੋਗੇ ਰੌਲਾ ਪੈ ਰਿਹਾ ਸੀ ਉਸ ਵੀਡੀਓ ਦੇ ਵਿੱਚ, ਪਰ ਉਹਨੂੰ ਹਾਂਜੀ ਐਕਨੋਲੇਜ ਨਹੀਂ ਕੀਤਾ ਗਿਆ। ਔਰ ਇੰਨੀ ਕਾਹਦੀ ਭਾਜੜ ਪਈ ਹੋਈ ਸੀਗੀ ਕਿ ਉਸ ਕਾਲ ਉਦੋਂ ਤੁਸੀਂ ਰੱਖ ਲਿਆ ਸੈਸ਼ਨ ਤੇ ਹੁਣ ਤੁਸੀਂ ਆਹ ਵਾਲਾ ਸੈਸ਼ਨ ਕੈਨਸਲ ਕਰਤਾ ਜਦੋਂ ਕਿ ਕਰੋਨਾ ਦਾ ਇੰਨਾ ਜ਼ੋਰ ਹੈ ਨਹੀਂ। ਜੀ ਕਿਉਂ ਜੀ ਜੀ। ਕਿਉਂ ਕਰ ਰਹੇ ਆ? ਔਰ ਉਹ ਕਿਉਂ ਨਹੀਂ ਆ ਰਹੇ ਸਾਹਮਣੇ ਗੱਲ ਕਰਨ ਵਾਸਤੇ? ਜਦੋਂ ਅਸੀਂ ਕਹਿੰਦੇ ਕਿ ਹਾਂਜੀ ਅਸੀਂ ਤੁਹਾਡੇ ਵਾਸਤੇ
ਤੁਹਾਡੇ ਦੇਸ਼ ਦੇ ਨਾਗਰਿਕ ਹੈਗੇ ਆ ਨਾ, ਜੀ 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 ਹੈਗੇ ਤਾਂ ਤੁਹਾਡੇ ਦੇਸ਼ ਦੇ ਨਾਗਰਿਕ ਹੈ, ਤੇ ਪ੍ਰਧਾਨ ਇੱਕ ਡੈਮੋਕ੍ਰੇਸੀ ਦੇ ਵਿੱਚ ਸਭ ਤੋਂ ਵੱਡੀ ਆਵਾਜ਼ ਜਿਹੜੀ ਉਹ ਜਨਤਾ ਦੀ ਹੁੰਦੀ ਹੈ। ਤੇ ਤੁਸੀਂ ਬਿਲਕੁਲ। ਜਨਤਾ ਦੀ ਆਵਾਜ਼ ਸੁਣਨ ਵਾਸਤੇ ਨਹੀਂ ਆ ਰਹੇ, ਤੁਸੀਂ ਆਪਣੇ ਮਨ ਕੀ ਬਾਤ ਕਰੀ ਜਾ ਰਹੇ ਹੋ, ਕਰੀ ਜਾ ਰਹੇ ਹੋ, ਕਰੀ ਜਾ ਰਹੇ ਹੋ। ਚਲੋ ਹੁਣ ਮਨਦੀਪ ਬਹੁਤ ਸੋਹਣੀਆਂ ਗੱਲਾਂ ਕਹੀਆਂ। ਮੈਨੂੰ ਉਮੀਦ ਆ ਜਿੰਨਾ ਕਿ ਸਾਡਾ ਪ੍ਰੋਗਰਾਮ ਦੇਖਣਗੇ, ਮਨਦੀਪ ਕਈ ਨੇ ਜਸਟੀਫਾਈ ਕਰ ਦਿੱਤਾ ਹੈਗਾ ਬੀਇੰਗ ਮੈਨੇਜਮੈਂਟ ਦਾ ਸਟੂਡੈਂਟ ਵੀ ਆ, ਇਕਨੋਮਿਕਸ ਦੀ ਵੀ ਨੌਲੇਜ ਆ, ਕਿਸਾਨਾਂ ਬਾਰੇ ਵੀ ਉਹਨਾਂ ਦੀ ਆਰਥਿਕਤਾ ਦੀ ਵੀ ਨੌਲੇਜ ਹੈਗੀ। ਇਹਨਾਂ ਨੂੰ ਕਿਹਾ ਇਹ ਕਾਨੂੰਨ ਰੱਦ ਕਰਨੇ ਬਣਦੇ ਹੈਗੇ ਆ, ਤਾਂ ਮੋਦੀ ਸਾਹਿਬ ਕਿਰਪਾ ਕਰਕੇ ਇਹਨਾਂ ਨੂੰ ਰੱਦ ਕਰ ਦਿਓ। ਕਿਸਾਨ ਵੀ ਆਪਣੇ ਖੁਸ਼ੀ ਕਰ ਜਾਣਗੇ। ਇਹ ਵੀ ਆਪਣੇ ਤੁਸੀਂ ਵੀ ਹੋਰ ਦੇਸ਼ ਲਈ ਬਹੁਤ ਕੁਝ ਸੋਚਣਾ, ਕਿਸਾਨਾਂ ਨੇ ਵੀ ਆਪਣੀ ਆਰਥਿਕਤਾ ਲਈ ਸੋਚਣਾ। ਮਨਦੀਪ ਤੁਸੀਂ ਸਾਡੇ ਨਾਲ ਜੁੜੇ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਗਾਂ ਵੀ ਕਦੀ ਇਹ ਮੌਕਾ ਤੁਸੀਂ ਦਿੱਤਾ ਮੈਨੂੰ, ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।